ਵਾਹਿਗੁਰੂ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਰਾਮਦਾਸ ਗੁਰੂ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੁਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਗੁਰੂ ਨਾਨਕ ਪੁਰਸ਼ੋਤਮੰ, ਪਰਬ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਹਿ ਲਗ ਬਰਨੋ ਕਰੀ, ਨੇ ਕਰੀ ਮਾਰੇ ਕਸਾਰ। ਮਰੇ ਹਜ਼ਾरों ਸੂਰਮਾ, ਖੇਤ ਪਇਓ ਬਿਕਰਾਰ। ਗਿਆਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ। ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ। ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ, ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ।
ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਕੀਰਤਨੀਏ ਭਾਈ ਸਤਬੀਰ ਸਿੰਘ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ। ਹੁਣ ਸਮਾਂ ਹੋਇਆ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਦਾ। ਹਰ ਰੋਜ਼ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਇਹ ਪਾਵਨ ਕਥਾ ਸਰਵਣ ਕਰਦੇ ਹੋ। ਆਪ ਜੀ ਨੇ ਪਿਛੇ ਪ੍ਰਸੰਗ ਸਰਵਣ ਕੀਤਾ ਹੈ ਕਿ ਪਹਾੜੀਏ ਮਸਤ ਹਾਥੀ ਨੂੰ ਲੈ ਕੇ ਤੇ ਉਹ ਕਿਲ੍ਹੇ ਦਾ ਦਰਵਾਜ਼ਾ ਤੋੜਨ ਵਾਸਤੇ ਪਿਛੇ ਉਹਨਾਂ ਨੇ ਸੂਰਬੀਰ ਬਹਾਦਰ, ਕਿਸੇ ਕੋਲ ਤਲਵਾਰ ਹੈ, ਕਿਸੇ ਕੋਲ ਨੇਜਾ ਹੈ, ਕਿਸੇ ਕੋਲ ਹੋਰ ਸ਼ਸਤਰ ਹਨ, ਉਹਨਾਂ ਨੂੰ ਪਿਛੇ ਹੁਕਮ ਕੀਤਾ ਹੈ ਕਿ ਤੁਸੀਂ ਲੋਹਗੜ੍ਹ ਦੇ ਕਿਲ੍ਹੇ ਤੱਕ ਪਹੁੰਚਣਾ ਹੈ। ਔਰ ਕਵੀ ਜੀ ਨੇ 1,57,000 ਦੀ ਗਿਣਤੀ ਲਿਖੀ ਹੈ ਪਹਾੜੀਆਂ ਦੀ ਜਿਹੜੀ ਫੌਜ ਸੀ। ਭੀਮ ਚੰਦ ਪਿਛੇ ਆ ਰਿਹਾ ਹੈ ਤੇ ਕੇਸਰੀ ਚੰਦ ਅੱਗੇ ਆ ਰਿਹਾ। ਭੀਮ ਚੰਦ ਪਿਛੇ ਚਿੱਤ ਦੇ ਵਿੱਚ ਸੋਚਦਾ ਹੈ ਕਿ ਕਿਲ੍ਹੇ ਨੂੰ ਝਾਟੀ ਫਤਿਹ ਕਰ ਲਵਾਂਗੇ। ਹੋਰ ਕਿਰਪਾਲ, ਕਟੋਚੀਆ, ਹੰਡੂਰੀਆ ਹੋਰ ਵੀ ਰਾਜੇ ਸਨ। ਉਹ ਸੱਜੇ ਖੱਬੇ ਯੁੱਧ ਦੇ ਕਾਰਜ ਵਾਸਤੇ ਚਲੇ ਆ ਰਹੇ ਸਨ। 2 ਸਿੰਘ ਗੁਰੂ ਜੀ ਨੇ ਆਪ ਭੇਜੇ ਸਨ। ਉਹ ਨੇਜੇ ਲੈ ਕੇ ਕਿਲ੍ਹੇ ਦੇ ਵਿੱਚ ਜਾ ਦਾਖਲ ਹੋਏ। ਜਿੰਨੇ ਵੀ ਨਾਲ ਸਾਥੀ ਸਿੰਘ ਉਹ ਵੱਡਾ ਜ਼ੋਰ ਪਾ ਕੇ ਆਏ। ਬੰਦੂਕਾਂ ਦੇ ਵਾਰ ਕਰਕੇ ਉਹ ਵੈਰੀ ਨੂੰ ਅੱਗੋਂ ਰੋਕਦੇ ਸਨ। ਸ਼ਹਿਰ ਦੇ ਅੱਗੇ ਇੱਕ ਮੋਰਚਾ ਸੀ ਸਿੰਘਾਂ ਦਾ। ਉੱਥੇ ਬੜਾ ਘਮਸਾਨ ਦਾ ਜੰਗ ਹੋਇਆ। ਮੋਰਚੇ ਦੇ ਸਿੰਘ ਡਟੇ ਰਹੇ, ਭਾਵੇਂ ਥੋੜ੍ਹੇ ਸਨ। ਪਹਾੜੀਏ ਉਹਨਾਂ ਦੇ ਉੱਤੇ ਆ ਕੇ ਝਪਟ ਕੇ ਪੈ ਗਏ। ਵੱਡੀ ਸ਼ਕਤੀ ਲਾ ਕੇ ਬੰਦੂਕਾਂ ਦੇ ਵਾਰ ਕੀਤੇ। ਫਿਰ ਸਾਰੇ ਪਹਾੜੀਏ ਜਦੋਂ ਆ ਕੇ ਪੈ ਗਏ, ਬਹੁਤ ਗੋਲੀਆਂ ਚੱਲੀਆਂ ਤੇ ਬਹੁਤ ਸੂਰਬੀਰ ਮਾਰੇ ਗਏ। ਸਿੰਘ ਫਿਰ ਵੀ ਮੋਰਚਿਆਂ ਦੇ ਵਿੱਚ ਡਟੇ ਹੋਏ, ਉਹਨਾਂ ਮੋਰਚੇ ਨਹੀਂ ਛੱਡੇ। ਗੁੱਸੇ ਵਿੱਚ ਆ ਕੇ ਜੁਟੇ ਹੋਏ ਸਨ। ਤਲਵਾਰਾਂ ਕੱਢ ਕੇ ਫਿਰ ਹੱਥੋਂ ਹੱਥੀ ਹੋ ਗਏ। ਫਿਰ ਸਿੰਘ ਆਪ ਵੀ ਮਰੇ ਤੇ ਪਹਾੜੀਆਂ ਨੂੰ ਵੀ ਚੰਗੀ ਤਰ੍ਹਾਂ ਮਾਰਿਆ। ਇੱਥੋਂ ਫਿਰ ਸਿੰਘ ਥੋੜ੍ਹੇ ਰਹਿ ਗਏ ਤੇ ਪਹਾੜੀ ਸੈਨਾ ਨੇ ਸਿੰਘਾਂ ਨੂੰ ਅੱਗੇ ਲਾ ਲਿਆ ਤੇ ਉਧਰ ਪਹਾੜੀਆਂ ਨੇ ਬਲਵਾਨ ਹਾਥੀ ਨੂੰ ਸਭ ਤੋਂ ਅੱਗੇ ਕੀਤਾ, ਜਿਹਦੀ ਸੁੰਡ ਦੇ ਨਾਲ ਤਲਵਾਰ ਬੱਧੀ ਹੋਈ ਹੈ। ਤਲਵਾਰ ਨੂੰ ਘੁਮਾਉਂਦਾ ਸੀ। ਜਿਹੜੇ ਥਕਾਏ ਹੋਏ ਸਿੰਘ ਸਨ, ਬਹੁਤ ਦੂਰ ਤੱਕ ਉਹ ਅੱਗੇ ਆ ਗਏ। ਗੋਲੀਆਂ ਦੀ ਮਾਰ ਪੈਂਦੀ ਸੀ। ਜਦੋਂ ਤੇ ਸੂਰਬੀਰ ਸੂਰਮਿਆਂ ਦੇ ਜਦੋਂ ਗੋਲੀ ਲੱਗਦੀ ਹੈ ਤੇ ਉਹ ਘਾਇਲ ਹੋ ਜਾਂਦੇ ਨੇ। ਕਿਲ੍ਹੇ ਦੇ ਦਰਵਾਜ਼ੇ ਦੇ ਸਾਹਮਣੇ ਜਦੋਂ ਆਏ ਨੇ, ਚਲਦੇ ਗੋਲੀਆਂ ਦੇ ਤੀਰ ਚੱਲ ਰਹੇ ਸਨ ਤੇ ਵੱਡਾ ਰੌਲਾ ਮੱਚਿਆ ਹੋਇਆ ਸੀ। ਮਾਸ ਖਾਣ ਵਾਲੇ ਜਿਹੜੇ ਜਾਨਵਰ ਤੇ ਜਿਹੜੇ ਪੰਛੀ ਸਨ, ਉਹ ਵੀ ਉੱਥੇ ਆ ਕੇ ਮਾਸ ਖਾ ਰਹੇ ਸਨ। ਕਹਿੰਦੇ ਤਲਵਾਰਾਂ ਦੋ ਧਾਰੇ ਖੰਡੇ ਜਵਾਨਾਂ ਦੇ ਅੰਗ ਨੂੰ ਲੱਗਦੇ ਸਨ ਤੇ ਅੰਗ ਹੀ ਭੰਗ ਕਰ ਦਿੰਦੇ ਸਨ ਤੇ ਕਈ ਜ਼ਖਮੀ ਹੋਏ ਨੇ ਤੇ ਕਈ ਸੂਰਮੇ ਜਿਹੜੇ ਮਰੇ ਹੋਏ ਉਹ ਜ਼ਮੀਨ ਤੇ ਲੇਟੇ ਹੋਏ ਨੇ। ਮਸਤ ਹਾਥੀ ਚੱਲਦਾ ਦਰਵਾਜ਼ੇ ਦੇ ਪਾਸ ਪਹੁੰਚਿਆ ਤੇ ਜਿਹੜੇ ਸਿੰਘ ਅੱਗੇ ਆ ਰਹੇ ਸਨ, ਪਿੱਛੋਂ ਪਹਾੜੀਆਂ ਦਾ ਜ਼ੋਰ ਪੈ ਗਿਆ। ਉਹਨਾਂ ਫਿਰ ਸਾਰਿਆਂ ਨੇ ਇੱਕੋ ਦਮ ਜ਼ੋਰ ਪਾਇਆ। ਉਹ ਕਿਲ੍ਹੇ ਦੇ ਵਿੱਚ ਦਾਖਲ ਹੋ ਕੇ ਉਹ ਖੜੇ ਹੋ ਗਏ। ਹੋਰ ਵੀ ਸਿੰਘ ਨਾਲ ਰਲ ਗਏ। ਇੱਕੇ ਦਮ ਬੰਦੂਕਾਂ ਵਿੱਚੋਂ ਗੋਲੀਆਂ ਚੱਲਦੀਆਂ ਸਨ।
ਸੈਂਕੜੇ ਬੰਦੂਕਾਂ ਇੱਕੇ ਵਾਰ ਚਲੀਆਂ ਨੇ, ਵੈਰੀਆਂ ਦੇ ਮੂੰਹ ਸਿਰ ਪਾਟ ਗਏ ਨੇ, ਉਹ ਮਲੰਗਾਂ ਵਾਂਗ ਧਰਤੀ ਤੇ ਪਏ ਹੋਏ ਨੇ। ਐਸੀ ਮਾਰ ਹੋਈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਮਰ ਕੇ ਡਿੱਗ ਪਏ, ਫਿਰ ਵੀ ਹੱਲਾ ਕਰਨੋਂ ਨਾ ਹਟੇ। ਜਦ ਵੈਰੀ ਦਰਵਾਜ਼ੇ ਦੇ ਲਾਗੇ ਪਹੁੰਚ ਗਏ, ਵੱਡੀ ਮਾਰ ਖਾ ਕੇ ਵੀ ਉਹਨਾਂ ਆਪਣਾ ਮੂੰਹ ਨਾ ਮੋੜਿਆ। ਕਹਿੰਦੇ ਤਲਵਾਰ ਕੱਢ ਕੇ ਕਿਲ੍ਹੇ ਦੇ ਅੰਦਰ ਦਾਖਲ ਹੋਣਾ ਚਾਹੁੰਦੇ ਸਨ ਵੈਰੀ। ਉਹ ਹਾਥੀ ਨੂੰ ਅੰਦਰ ਦਾਖਲ ਕਰਕੇ ਵਿਸ਼ੇਸ਼ ਹਮਲਾ ਕਰਨਾ ਚਾਹੁੰਦੇ ਸਨ। ਬੰਦੂਕਾਂ ਦੇ ਵਾਰ ਕਰਕੇ ਸਿੰਘ ਜਿਹੜੇ ਉਹ ਦੜ ਡੇਗੀ ਜਾਂਦੇ ਸਨ। ਕਿਲ੍ਹੇ ਦੇ ਮੋਰਚਿਆਂ ਦੇ ਉੱਤੇ ਜਿਹੜੇ ਸਿੰਘ ਖੜੇ ਸਨ, ਉਹ ਅੱਗੋਂ ਗੋਲੀਆਂ ਮਾਰ ਰਹੇ ਸਨ। ਕੋਈ ਤੀਰ ਚਲਾ ਰਿਹਾ ਸੀ। ਕਿਲ੍ਹੇ ਦੇ ਦਰਵਾਜ਼ੇ ਅੱਗੇ ਲੋਥਾਂ ਉੱਤੇ ਲੋਥਾਂ ਚੜ੍ਹ ਗਈਆਂ। ਮਾਰੋ ਮਾਰੀ ਬੋਲਦੇ ਕਈ ਸੂਰਬੀਰ ਜੂਝ ਗਏ। ਇਸ ਤਰ੍ਹਾਂ ਕਵੀ ਜੀ ਲਿਖਦੇ ਨੇ, ਤਬ ਬਚਿੱਤਰ ਸਿੰਘ ਹਿਰਦੇ ਵਿਚਾਰਿਓ ਇਹ ਅਵਸਰ ਅਬ ਮੇਰਾ। ਭਾਈ ਬਚਿੱਤਰ ਸਿੰਘ ਨੇ ਵਿਚਾਰ ਕੀਤੇ ਕਿ ਮੇਰਾ ਹੁਣ ਵਾਰ ਕਰਨ ਦਾ ਸਮਾਂ ਆ ਗਿਆ ਹੈ। ਮੈਂ ਹੁਣ ਪੂਰੀ ਸ਼ਕਤੀ ਲਾ ਕੇ ਹਾਥੀ ਦੇ ਬਰਛਾ ਮਾਰ ਕੇ ਉਹਦਾ ਮੱਥਾ ਭੰਨਦਾ ਹਾਂ। ਬਚਿੱਤਰ ਸਿੰਘ ਘੋੜੇ ਤੇ ਸਵਾਰ ਹੋ ਕੇ ਕਿਲ੍ਹੇ ਦੇ ਅੰਦਰ ਭਾਈ ਉਦੇ ਸਿੰਘ ਦੇ ਪਾਸ ਖੜਾ ਸੀ। ਫਿਰ ਉਹਨੇ ਸਾਰਿਆਂ ਨੂੰ ਆਖਿਆ ਵੀ ਹੁਣ ਦਰਵਾਜ਼ਾ ਖੋਲ੍ਹ ਦਿੱਤਾ ਜਾਵੇ, ਮੇਰਾ ਮਸਤ ਹਾਥੀ ਦੇ ਨਾਲ ਜੰਗ ਵੇਖੋ। ਹੋਰ ਸਾਰਿਆਂ ਨੇ ਤੁਸੀਂ ਕੇਸਰੀ ਚੰਦ ਤੇ ਹੋਰਨਾਂ ਨੂੰ ਝੱਲਣਾ ਨੇ, ਤੇ ਮੈਂ ਹੁਣ ਹਾਥੀ ਦੇ ਨਾਲ ਦੋ ਹੱਥ ਕਰਦਾ। ਉਹਦੇ ਸਿੰਘ ਦੇ ਹਿੱਸੇ ਆਇਆ ਸੀ ਕਿ ਉਹਨੇ ਕੇਸਰੀ ਚੰਦ ਨੂੰ ਮਾਰਨਾ ਸੀ। ਕਹਿੰਦੇ ਸਿੰਘੋ ਮਿਲ ਕੇ ਐਸੀ ਮਾਰ ਮਾਰੋ ਕਿ ਧਰਤੀ ਦੇ ਉੱਤੇ ਧੜਾਂ ਦਾ ਢੇਰ ਲੱਗ ਜਾਵੇ। ਇਸ ਪ੍ਰਕਾਰ ਕਹਿ ਕੇ ਭਾਈ ਬਚਿੱਤਰ ਸਿੰਘ ਨੇ ਦਰਵਾਜ਼ੇ ਖੁਲਾ ਦਿੱਤੇ ਨੇ। ਉਹਨੇ ਘੋੜੇ ਦੀ ਵਾਗ ਚੁੱਕੀ, ਸਾਹਮਣੇ ਤੋਂ ਹਾਥੀ ਆਉਂਦੇ ਨੂੰ ਵੇਖ ਕੇ ਸ਼ੇਰ ਵਾਂਗ ਪੈ ਗਿਆ। ਹੋਠ ਚੱਬਦਾ, ਅੱਖਾਂ ਲਾਲ ਸਨ। ਮਸ਼ਹਿਰਿਆਂ ਉੱਤੇ ਹੱਥ ਫੇਰ ਕੇ ਭਰਵੱਟੇ ਉਹਨੇ ਟੇਢੇ ਕਰ ਲਏ। ਚਿਹਰੇ ਤੇ ਲਾਲੀ ਸੀ ਤੇ ਦਾੜਾ ਵੀ ਬੜਾ ਸੁੰਦਰ ਸ਼ੋਭਾ ਪਾ ਰਿਹਾ ਸੀ। ਕਹਿੰਦੇ ਇਸ ਤਰ੍ਹਾਂ ਜਿਵੇਂ ਕਰੋਧ ਨਾਲ ਸ਼ੇਰ ਦੀ ਗਰਦਨ ਦੇ ਲੰਮੇ ਵਾਲ ਖੜੇ ਹੋ ਜਾਂਦੇ। ਵਿਕਰਾਲ ਚਿਹਰਾ ਉਹ ਚਮਕ ਰਿਹਾ ਸੀ। ਨੇਜਾ ਫੜ ਕੇ ਹੱਥੋਂ ਬਾਰਿਆ ਤੇ ਹਾਥੀ ਦੇ ਮੱਥੇ ਵੱਲ ਵੇਖਿਆ। ਪੈਰਾਂ ਦੀ ਸ਼ਕਤੀ ਨੂੰ ਰਕਾਬ ਉੱਤੇ ਕਰਕੇ ਕਾਠੀ ਛੱਡ ਕੇ ਉਛਲਿਆ। ਸਾਰੀ ਸਰੀਰ ਦੀ ਸ਼ਕਤੀ ਸੰਭਾਲ ਕੇ ਘੋੜੇ ਤੋਂ ਉੱਪਰ ਕੁੱਦ ਕੇ ਹਾਥੀ ਵੱਲ ਨੂੰ ਹੋ ਗਿਆ ਤੇ ਹਾਥੀ ਦੀ ਜਿਹੜੀ ਤਲਵਾਰ ਸੀ ਸੁੰਡ ਨਾਲ ਬੱਧੀ ਹੋਈ, ਉਹਦਾ ਵਾਰ ਬਚਾ ਕੇ ਭਾਈ ਬਚਿੱਤਰ ਸਿੰਘ ਨੇ ਫਿਰ ਬਰਛਾ ਚਲਾਇਆ ਹੈ। ਉਹ ਫੌਲਾਦੀ ਤਵੇ ਨੂੰ ਪਾੜ ਦਿੱਤਾ ਤੇ ਬਰਛਾ ਹਾਥੀ ਦੇ ਮੱਥੇ ਵਿੱਚ ਜਾ ਕੇ ਖੁੱਭ ਗਿਆ। ਦੋਵਾਂ ਹੱਥਾਂ ਦੇ ਨਾਲ ਜ਼ੋਰ ਲਾਇਆ, ਬਰਛੇ ਨੂੰ ਇਸ ਤਰ੍ਹਾਂ ਮੱਥੇ ਵਿੱਚ ਧਸਾਇਆ ਕਿ ਉਹ ਮੱਥੇ ਵਿੱਚ ਪ੍ਰਵੇਸ਼ ਕਰ ਗਿਆ। ਕਹਿੰਦੇ ਮੈਂ ਉਹਦੀ ਕੀ ਉਪਮਾ ਬਣਾ ਕੇ ਕਵਾਂ। ਕਰੌਂਚ ਪਹਾੜ ਵਿੱਚ ਜਿਵੇਂ ਸ਼ਿਵ ਜੀ ਦੇ ਪੁੱਤਰ ਕਾਰਤਕ ਨੇ ਬਰਛੀ ਮਾਰ ਕੇ ਧਸਾ ਦਿੱਤੀ ਸੀ, ਇਸੇ ਤਰ੍ਹਾਂ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿੱਚ ਬਰਛਾ ਧਸਾ ਦਿੱਤਾ ਹੈ। ਕਹਿੰਦੇ ਬਚਿੱਤਰ ਸਿੰਘ ਨੇ ਫਿਰ ਦੋਵਾਂ ਹੱਥਾਂ ਨਾਲ ਜ਼ੋਰ ਕਰਕੇ ਬਰਛੇ ਨੂੰ ਹਾਥੀ ਦੇ ਮੱਥੇ ਵਿੱਚ ਘੁਮਾ ਕੇ ਫੇਰਿਆ ਤੇ ਲਹੂ ਨਾਲ ਲਿਬੜੇ ਹੋਏ ਨੂੰ ਖਿੱਚ ਕੇ ਕੱਢ ਲਿਆ। ਬਰਛਾ ਲੱਗਦਿਆਂ ਹਾਥੀ ਬਹੁਤ ਉੱਚੀ ਝੰਗਾੜਿਆ, ਵੱਡੇ ਸਿਰ ਨੂੰ ਨਵਾਇਆ, ਮਾਨੋ ਗੁਰਸਿੱਖ ਨੂੰ ਨਮਸਕਾਰ ਕਰ ਰਿਹਾ ਹੋਵੇ ਤੇ ਭਾਈ ਬਚਿੱਤਰ ਸਿੰਘ ਨੂੰ ਇੱਦਾਂ ਕਹਿ ਰਿਹਾ ਹੋਵੇ ਕਿ ਮੈਂ ਇੱਧਰ ਭੁੱਲ ਕੀਤੀ, ਇੱਧਰ ਆ ਕੇ ਮੈਂ ਭੁੱਲ ਕੇ ਆ ਗਿਆ ਇੱਧਰ। ਜਾਂ ਨੇਜਾ ਮੱਥੇ 'ਚੋਂ ਨਿਕਲਿਆ ਤੇ ਹਾਥੀ ਨੇ ਪਿੱਛੇ ਵੱਲ ਨੂੰ ਮੂੰਹ ਮੋੜ ਲਿਆ ਤੇ ਬਚਿੱਤਰ ਸਿੰਘ ਨੇ ਪਿੱਛੋਂ ਫੇਰ ਬਰਛੇ ਦੀ ਚੋਭ ਦਿੱਤੀ। ਹਾਥੀ ਨੂੰ ਗੁੱਸਾ ਚੜ੍ਹ ਗਿਆ
ਤੇ ਲਹੂ ਦੀ ਵੱਡੀ ਧਾਰ ਵਹਿੰਦੇ ਹੋਇਆਂ ਹਾਥੀ ਨੇ ਫਿਰ ਸੁੰਡ ਝਾੜ ਕੇ ਫੇਰੀ। ਜਿਹੜੇ ਪਹਾੜੀਏ ਨੇੜੇ ਹੁੰਦੇ ਸਨ ਉਹਨਾਂ ਨੂੰ ਮਾਰ ਕੇ ਡੇਗੀ ਜਾਂਦਾ ਸੀ। ਸਾਰੇ ਬੇਬਸ ਹੋ ਗਏ ਨੇ। ਹਾਥੀ ਨੇ ਤਲਵਾਰ ਫੇਰ ਕੇ ਬਹੁਤ ਪਹਾੜੀਏ ਮਾਰ ਦਿੱਤੇ। ਚੰਗਾੜਦਾ ਸੀ, ਵੱਡੀ ਸ਼ਕਤੀ ਨਾਲ ਉਹ ਫਿਰਦਾ ਸੀ। ਉਹਨੇ ਆਪਣੇ ਸਾਥੀ ਕਤਲ ਕਰ ਦਿੱਤੇ। ਤਲਵਾਰ ਦੇ ਕੱਟਣ ਨਾਲ ਪਹਾੜੀਆਂ ਦੇ ਢੇਰ ਲੱਗ ਗਏ। ਫਿਰ ਬਹੁਤ ਵੱਡਾ ਰੌਲਾ ਮਚ ਗਿਆ। ਦੂਜੇ ਬੰਨੇ ਸਿੰਘਾਂ ਨੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹਨਾਂ ਪਹਾੜੀਆਂ ਨੂੰ ਮੌਤ ਦੇ ਘਾਟ ਉਤਾਰਿਆ। ਸਤਿਗੁਰੂ ਵੇਖ ਕੇ ਬੜਾ ਆਨੰਦ ਧਾਰਨ ਕਰ ਰਹੇ ਨੇ। ਬਹੁਤ ਲੋਕ ਹਾਥੀ ਨੂੰ ਮੋੜਨ ਵਾਸਤੇ ਪ੍ਰੇਰਦੇ ਸਨ ਕਿ ਮੋੜ ਕੇ ਫੇਰ ਲੋਹਗੜ੍ਹ ਕਿਲੇ ਵੱਲ ਇਹਨੂੰ ਲੈ ਕੇ ਜਾਈਏ। ਪਰ ਜਿਹੜੇ ਨੇੜੇ ਹੁੰਦੇ ਸਨ, ਹਾਥੀ ਤਲਵਾਰ ਦੇ ਨਾਲ ਪਹਾੜੀਆਂ ਨੂੰ ਕੱਟ ਕੇ ਥੱਲੇ ਡੇਗੀ ਜਾ ਰਿਹਾ ਸੀ। ਖਾਲਸੇ ਨੂੰ ਮਾਰਨ ਦੀ ਲੋੜ ਹੀ ਨਾ ਰਹੀ। ਹਾਥੀ ਨੇ ਪਹਾੜੀਆਂ ਨੂੰ ਬਹੁਤ ਜ਼ਿਆਦਿਆਂ ਨੂੰ ਮਾਰ ਦਿੱਤਾ। ਜਿਸ ਪਾਸੇ ਵੱਲ ਨੂੰ ਵੀ ਹਾਥੀ ਜਾਂਦਾ, ਕੁਝ ਨੂੰ ਤਲਵਾਰ ਦੇ ਨਾਲ ਤੇ ਕੁਝ ਨੂੰ ਪੈਰਾਂ ਥੱਲੇ ਲਿਤੜ ਕੇ ਮਾਰੀ ਜਾਂਦਾ ਸੀ। ਹੁਣ ਜਿਵੇਂ ਜਿਵੇਂ ਭਾਈ ਬਚਿੱਤਰ ਸਿੰਘ ਬਰਛੇ ਦੀ ਨੋਕ ਚੁੱਭ ਕੇ ਹਾਥੀ ਨੂੰ ਅੱਗੇ ਧੱਕਦਾ ਸੀ, ਤਿਵੇਂ ਤਿਵੇਂ ਉਹ ਤੇਜ਼ੀ ਨਾਲ ਅੱਗੇ ਜਾਂਦਾ ਤੇ ਪਹਾੜੀਆਂ ਨੂੰ ਮਾਰਦਾ ਸੀ। ਇਹ ਹਾਥੀ ਲਿਆਉਣਾ ਪਹਾੜੀਆਂ ਨੂੰ ਪੁੱਠਾ ਹੀ ਪੈ ਗਿਆ। ਜਸਵਾਰੀਆਂ ਦਾ ਹਾਥੀ ਆਪਣਿਆਂ ਨੂੰ ਹੀ ਮਾਰੀ ਜਾਂਦਾ ਸੀ ਤੇ ਉਸ ਵੇਲੇ ਮੁਹਾਵਰਾ ਬਣ ਗਿਆ ਸੀ, ਜਸਵਾਰੀਆਂ ਦਾ ਹਾਥੀ ਮੁੜ ਮੁੜ ਆਪਣਿਆਂ ਨੂੰ ਮਾਰੇ। ਹਾਥੀ ਹਜ਼ਾਰਾਂ ਪਹਾੜੀਆਂ ਨੂੰ ਮਾਰ ਕੇ ਗੁਰੂ ਦੀ ਜਿੱਤ ਕਰਵਾ ਰਿਹਾ ਸੀ। ਚੰਗਾੜ ਕੇ ਉਹ ਪੁਕਾਰਦਾ ਸੀ ਤੇ ਸੁੰਡ ਦੇ ਨਾਲ ਜਿਹੜਾ ਅੱਗੇ ਆਉਂਦਾ ਉਹਨੂੰ ਕੱਟੀ ਜਾਂਦਾ ਸੀ। ਜਸਵਾਰੀ ਨਿਰਪ ਕੇਸਰੀ ਨਿਜ ਕੁੰਚਰ ਅਵਲੋਕ, ਸੈਨ ਖਪਾਵਤ ਫਿਰਤ ਹੈ ਹਿਰਦੇ ਧਾਰ ਪਉ ਸ਼ੋਕ। ਜਸਵਾਲੀਆ ਰਾਜਾ ਕੇਸਰੀ ਚੰਦ ਉਹ ਆਪਣੇ ਹਾਥੀ ਨੂੰ ਵੇਖਦਾ ਹੈ ਕਿ ਸਾਡੀ ਸੈਨਾ ਨੂੰ ਹੀ ਮਾਰੀ ਜਾ ਰਿਹਾ ਹੈ ਤੇ ਬੜਾ ਦੁਖੀ ਹੁੰਦਾ। ਉਹਨੇ ਬੜਾ ਦੁੱਖ ਧਾਰਨ ਕੀਤਾ। ਉਹ ਸੋਚਦਾ ਸੀ ਕਿ ਸਾਡੇ ਸਾਰੇ ਪਹਾੜੀਏ ਮਾਰ ਦਿੱਤੇ ਹਨ, ਜਿਹੜੇ ਹਾਥੀ ਦੇ ਨਾਲ ਕਤਲ ਕੀਤੇ ਸਨ। ਜੇ ਉਹਨਾਂ ਵਿੱਚੋਂ ਕੋਈ ਬਚੇ ਸਨ, ਉਹ ਵੀ ਹਾਥੀ ਦੇ ਕੋਲ ਨਹੀਂ ਸਨ ਆ ਰਹੇ, ਦੂਰ ਦੌੜ ਗਏ ਸਨ। ਇੱਕ ਪਾਸੇ ਤਾਂ ਉਹਦੇ ਹਾਥੀ ਨੇ ਮਾਰੇ, ਦੂਜੇ ਪਾਸੇ ਸਿੰਘਾਂ ਨੇ ਭਿਅੰਕਰ ਸ਼ੇਰ ਵਾਂਗ ਮਾਰੇ। ਬਹੁਤ ਸੈਨਾ ਮਾਰੀ ਤੇ ਬਾਕੀਆਂ ਨੂੰ ਧੀਰਜ ਨਹੀਂ ਮਿਲ ਰਿਹਾ। ਕਿਲਾ ਲੈਣ ਤੋਂ ਰਹਿ ਗਏ। ਜਿੰਦ ਦੇਣੀ ਬਣ ਗਈ ਹੈ। ਗੁਰੂ ਜੀ ਦੀ ਸੈਨਾ ਬਹੁਤ ਥੋੜੀ ਸੀ, ਪਰ ਉਹਨਾਂ ਵੱਡਾ ਹੌਸਲਾ ਧਾਰ ਕੇ ਜ਼ੋਰ ਪਾਇਆ। ਇਹ ਸਿੰਘ ਪ੍ਰਤੱਖ ਤੌਰ ਤੇ ਵੇਖਦੇ ਸਨ ਕਿ ਸਾਡੇ ਪਾਸ ਸੈਨਾ ਲੱਖਾਂ ਦੀ ਗਿਣਤੀ ਵਿੱਚ ਹੈ, ਜਿਹੜੀ ਸਾਡੇ ਤੇ ਹਮਲਾ ਕਰਨ ਆਈ ਸੀ। ਇਹ ਜਾਣਿਆ ਨਹੀਂ ਜਾਂਦਾ। ਪਹਾੜੀਏ ਕਹਿੰਦੇ ਸਾਡਾ ਬੜਾ ਵੱਡਾ ਨੁਕਸਾਨ ਹੋ ਗਿਆ ਹੈ। ਪੈਦਲ ਸੈਨਾ ਖਲੋਤੀ ਨਹੀਂ ਅੱਗੇ, ਉਹਨਾਂ ਦੇ ਹਿਰਦੇ ਧੀਰਜ ਨਹੀਂ ਫੜ ਰਹੇ। ਘੋੜ ਸਵਾਰ ਸੈਨਾ ਹਲੇ ਵੀ ਜੰਗ ਦੇ ਮੈਦਾਨ ਵਿੱਚ ਸੀ। ਉਹਨਾਂ ਨੂੰ ਆਪਣੇ ਨਾਲ ਲੈ ਕੇ ਧਾਵਾ ਕਰਕੇ ਕਿਲੇ ਤੇ ਜਾ ਕੇ ਕੇਸਰੀ ਚੰਦ ਕਹਿੰਦੇ ਚੜ੍ਹਾਈ ਕਰਦਾ ਹੈ। ਕੇਸਰੀ ਚੰਦ ਨੇ ਹਿਰਦੇ ਵਿੱਚ ਵਿਚਾਰ ਕੀਤੀ, ਸਾਰੀ ਸੈਨਾ ਮੰਗਵਾਈ, ਉਹਨਾਂ ਦੇ ਟੋਲੇ ਬਣਾਏ ਜਿਹੜੇ ਨਿਰਭੈ ਯੋਧੇ ਸਨ। ਉਹ ਹੱਲਾ ਕਰਨ ਵਾਸਤੇ ਮਿਲ ਕੇ ਇੱਕ ਥਾਂ ਤੇ ਇਕੱਠੇ ਹੋ ਗਏ। ਬੰਦੂਕਾਂ ਚੱਲ ਪਈਆਂ, ਤਾੜ ਤਾੜ ਮਚ ਗਈ। ਵਿਕਰਾਲ ਨਾਚ ਨੱਚਣ ਲੱਗੇ ਇਹ ਪਹਾੜੀਏ। ਕਹਿੰਦੇ ਮਾਰ ਲਵੋ ਮਾਰ ਲਵੋ। ਘੋੜਿਆਂ ਨੂੰ ਸਵਾਰਦੇ ਸਨ ਤੇ ਜਿਹੜੇ ਹੋਰ ਹਾਥੀ ਸਨ ਉਹਨਾਂ ਨੂੰ ਵੀ ਘੇਰ ਕੇ ਲਿਆਏ, ਸਾਰਿਆਂ ਨੂੰ ਅੱਗੇ ਕੀਤਾ। ਉਦੇ ਸਿੰਘ ਨੇ ਜਸਵਾਲੀਏ ਰਾਜੇ ਨੂੰ ਦੇਖਿਆ ਤਾਂ ਉਹਨੇ ਪਰਖਿਆ, ਹੁਣ ਮੇਰਾ ਕੰਮ ਆ ਪਿਆ ਹੈ। ਵੈਰੀ ਨੇੜੇ ਆ ਗਏ। ਕਿਲੇ ਦਾ ਦਵਾਰ ਖੁੱਲਿਆ, ਸੈਨਾ ਨੂੰ ਵੇਖਿਆ ਤੇ ਨੇੜੇ ਆ ਕੇ ਉਹਨਾਂ ਨੇ ਬੰਦੂਕਾਂ ਚਲਾਈਆਂ ਨੇ।
ਉਧਰ ਉਦੇ ਸਿੰਘ ਤਪ ਧਾਇਓ ਬਰਛਾ ਹੱਥ ਲੈ। ਭਾਈ ਉਦੇ ਸਿੰਘ ਹੱਥ ਵਿੱਚ ਬਰਛਾ ਲੈ ਕੇ ਧਾਇਆ ਤੇ ਉਹਨੇ ਮੋਰ ਮਨਿੰਦ ਨਚਾਇਓ ਬਾਗ ਉਠਾਏ ਕੈ। ਘੋੜੇ ਦੀ ਵਾਗ ਨੂੰ ਉਠਾ ਕੇ ਉਹਨੂੰ ਮੋਰ ਵਾਂਗ ਨਚਾਉਣਾ ਕੀਤਾ। ਲਲਕਾਰ ਤਰਨ ਆਇਓ ਬਾਹਰ ਨਿਕਸ ਕੈ। ਲਲਕਾਰੇ ਮਾਰਦਾ ਹੋਇਆ ਰਣ ਖੇਤਰ ਵਿੱਚ ਭਾਈ ਉਦੇ ਸਿੰਘ ਜੀ ਆਇਆ ਤੇ ਕਵੀ ਜੀ ਕਹਿੰਦੇ ਜਥਾ ਸ਼ੇਰ ਗਰਜਾਇਓ ਦੇਖ ਮਤੰਗ ਗਣ। ਜਿਵੇਂ ਬਹੁਤੇ ਹਾਥੀਆਂ ਨੂੰ ਵੇਖ ਕੇ ਸ਼ੇਰ ਗੱਜਦਾ ਏਦਾਂ ਭਾਈ ਉਦੇ ਸਿੰਘ ਜੀ ਗੱਜਿਆ ਹੈ। ਵਿਚਰਤ ਗਨ ਮਤਵਾਲਾ ਬਾਰਨ ਚੜ ਰਹੀ। ਉਹ ਜਿਹੜੀ ਹਾਥੀ ਨੇ ਸ਼ਰਾਬ ਪੀਤੀ ਹੋਈ ਸੀ, ਸਵਾ ਮਣ ਸ਼ਰਾਬ ਹਾਥੀ ਨੇ ਪੀਤੀ ਸੀ, ਉਹਨੂੰ ਚੜੀ ਹੋਈ ਸੀ ਤੇ ਮਸਤ ਹਾਥੀ ਜਿਹੜਾ ਵਿਚਰ ਰਿਹਾ ਸੀ, ਜਿਹਦਾ ਖੂਨ ਬੜਾ ਵਗ ਰਿਹਾ ਸੀ, ਜ਼ਖਮਾਂ ਨਾਲ ਵਿੰਨਿਆ ਗਿਆ ਸੀ, ਬੇਹਾਲ ਹੋਇਆ ਇੱਧਰ ਉੱਧਰ ਫਿਰ ਰਿਹਾ ਸੀ, ਬਹੁਤ ਲੋਥਾਂ ਨੂੰ ਆਪਣੇ ਪੈਰਾਂ ਥੱਲੇ ਲਤਾੜ ਰਿਹਾ ਸੀ। ਫੇਰਤ ਸੁੰਡ ਕਰਾਲਾ ਕਾਟਤ ਸੁਭੱਟ ਦਲ। ਆਪਣੀ ਸੁੰਡ ਨੂੰ ਬਹੁਤ ਫੇਰ ਰਿਹਾ ਸੀ ਤੇ ਸੈਨਾ ਦਲ ਨੂੰ ਕੱਟਦਾ ਫਿਰ ਰਿਹਾ ਸੀ ਜੰਗ ਦੇ ਮੈਦਾਨ ਵਿੱਚ। ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਹੈ। ਜਿਸ ਤਰ੍ਹਾਂ ਅੱਗੇ ਪ੍ਰਸੰਗ ਆ ਰਿਹਾ ਹੈ, ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ। ਇੱਕ ਵਾਰ ਉਚਾਰਨ ਕਰੋ, ਸਤਨਾਮ ਵਾਹਿਗੁਰੂ ਜੀ। ਕਹਿ ਲਗ ਬਰਨੋ ਕਰੀ ਨੇ ਕਰੀ ਮਾਰੇ ਕਸਾਰ। ਕਹਿੰਦੇ ਕਿੱਥੋਂ ਤੱਕ ਮੈਂ ਵਰਣਨ ਕਰਾਂ ਕਿ ਹਾਥੀ ਨੇ ਇੱਕ ਸਾਰ ਮਾਰ ਕੀਤੀ ਜੀ। ਮਰੇ ਹਜ਼ਾਰੋਂ ਸੂਰਮਾ ਖੇਤ ਪਇਓ ਬਿਕਰਾਰ। ਕਹਿੰਦੇ ਹਜ਼ਾਰਾਂ ਸੂਰਮੇ ਮਾਰੇ ਗਏ। ਰਣ ਖੇਤਰ ਦੇ ਵਿੱਚ ਹਜ਼ਾਰਾਂ ਸੂਰਮੇ ਮਾਰੇ ਗਏ ਤੇ ਰਣ ਖੇਤਰ ਨੇ ਵਿਕਰਾਲ ਰੂਪ ਧਾਰਨ ਕੀਤਾ ਜੀ। ਉਦੇ ਸਿੰਘ ਤਬ ਧਨੂ ਚੀਰ ਸਭ ਕੀਨ ਸਵੇਗ ਬਲੰਦਨ। ਉਦੇ ਸਿੰਘ ਨੇ ਸਾਰੀ ਸੈਨਾ ਨੂੰ ਚੀਰ ਕੇ ਬੜੀ ਫੁਰਤੀ ਵਿਖਾਈ ਹੈ ਜੀ। ਦਪ ਡਟ ਕਾਟ ਤਦਾਤ ਭਟ ਬਹੁ ਸਿਮਰ ਗੁਰੂ ਸੁਖ ਕੰਦਨ। ਸੁੱਖਾਂ ਦੇ ਦਾਤੇ ਗੁਰੂ ਸਾਹਿਬ ਜੀ ਦਾ ਭਾਈ ਉਦੇ ਸਿੰਘ ਨੇ ਸਿਮਰਨ ਕੀਤਾ ਹੈ। ਭਾਵ ਗੁਰੂ ਜੀ ਨੂੰ ਯਾਦ ਕੀਤਾ ਤੇ ਬਹੁਤ ਸੂਰਮਿਆਂ ਨੂੰ ਦਬਕਦਾ, ਕੱਟਦਾ, ਡਾਂਟਦਾ ਫਿਰ ਰਿਹਾ ਸੀ ਜੀ। ਜਹਾਂ ਕੇਸਰੀ ਚੰਦ ਖਰੋਵਾ ਬਾਣ ਕਮਾਨ ਸੰਧਾਨੇ। ਹੁਣ ਜਿੱਥੇ ਕੇਸਰੀ ਚੰਦ ਖੜਾ ਸੀ, ਬਾਣ ਵਿੱਚ ਤੀਰ ਜੋੜ ਕੇ ਚਿਲੇ ਤੇ ਚੜਾ ਕੇ ਧਨੁੱਖ ਦੇ ਵਿੱਚ ਬਾਣ ਕਮਾਨ ਸੰਧਾਨੇ। ਜਿਹੜਾ ਕੇਸਰੀ ਚੰਦ ਸੀ ਨਾ, ਉਹ ਸਿੰਘਾਂ ਨੂੰ ਮਾਰਨ ਵਾਸਤੇ ਤੀਰ ਚਲਾ ਰਿਹਾ ਸੀ ਤੇ ਉਹ ਨਿਸ਼ਾਨਾ ਤੱਕਣ ਵਾਸਤੇ ਤੀਰ ਚਿਲੇ ਵਿੱਚ ਚਾੜ ਕੇ ਖੜਾ ਸੀ ਜੀ। ਪੋਹ ਮੈਠਤ ਐਜਤ ਬਲ ਕਰ ਸਿੰਘਨ ਕੋ ਹੱਥ ਹਾਨੇ। ਕਹਿੰਦੇ ਸਿੰਘਾਂ ਨੂੰ ਮਾਰ ਕੇ ਨਾਸ਼ ਕਰਨ ਲਈ ਕਮਾਨ ਨੂੰ ਪੂਰੇ ਬਾਣ ਦੇ ਨਾਲ, ਬਲ ਦੇ ਨਾਲ, ਪੂਰੀ ਤਾਣ ਦੇ ਨਾਲ, ਤਾਕਤ ਦੇ ਨਾਲ ਉਹ ਕਮਾਨ ਨੂੰ ਖਿੱਚਦਾ ਸੀ। ਜਦੋਂ ਕੰਨਾਂ ਤੱਕ ਖਿੱਚ ਕੇ ਤੀਰ ਚਲਾਇਆ ਜਾਵੇ ਤੇ ਤੀਰ ਬੜੀ ਜ਼ੋਰ ਦੀ ਛੂਕਦਾ ਜਾਂਦਾ ਹੈ ਤੇ ਬੜੀ ਦੂਰ ਮਾਰ ਕਰਦਾ ਹੈ। ਇਸ ਤਰ੍ਹਾਂ ਕੇਸਰੀ ਚੰਦ ਤੀਰ ਚਲਾਉਂਦਾ ਸੀ ਜੀ। ਤਹਾਂ ਪਹੁੰਚ ਲਲਕਾਰਿਓ ਥਿਰ ਰਹੋ ਸਿੰਘ ਅਨਕ ਤੈ ਮਾਰੇ। ਉੱਥੇ ਪਹੁੰਚ ਕੇ ਭਾਈ ਉਦੇ ਸਿੰਘ ਨੇ ਲਲਕਾਰਾ ਮਾਰਿਆ ਹੈ। ਕਹਿੰਦਾ ਖੜਾ ਰਹੋ, ਤੂੰ ਬਹੁਤ ਸਿੰਘ ਮਾਰੇ ਹਨ ਜੀ। ਸਭ ਕੋ ਪਲਟਾ ਸਿੰਨ ਮੋਹ ਲੈ ਹੋਹ ਕਹਾਂ ਸੋਭ ਤੂੰ ਤਾਰੇ। ਜਿੰਨੇ ਵੀ ਤੂੰ ਸਿੰਘ ਮਾਰੇ ਨੇ ਉਹਨਾਂ ਸਾਰਿਆਂ ਦਾ ਮੈਂ ਬਦਲਾ ਛਿਨ ਵਿੱਚ ਲੈ ਲਵਾਂਗਾ।
ਤੂੰ ਕਿੱਥੇ ਇੰਨਾ ਘਮੰਡ ਧਾਰਨ ਕਰਦਾ ਹੈ ਜੀ। ਭਿਖਿਓ ਅਚਾਨਕ ਨਿਕਟ ਆਏ ਕੋ ਤੀਸਨ ਪੀਸਨ ਬਾਨਾ। ਕਹਿੰਦੇ ਜਦ ਅਚਾਨਕ ਵੇਖਿਆ ਕਿ ਨੇੜੇ ਆ ਗਿਆ ਹੈ ਤੇ ਵਿਕਰਾਲ ਤੀਰ ਤਿੱਖੇ ਤੀਰ ਨੂੰ ਛੱਡਿਆ ਜੀ। ਉਦੇ ਸਿੰਘ ਕੇ ਸਨਮੁਖ ਸੋਰਿਓ ਸੂਕਿਓ ਸਰਪ ਸਮਾਨਾ। ਤੇ ਉਹਦੇ ਸਿੰਘ ਦੇ ਸਨਮੁਖ ਤੀਰ ਛੱਡਿਆ ਜਿਹੜਾ ਸੱਪ ਵਾਂਗ ਸ਼ੂਕਦਾ ਹੋਇਆ ਆਇਆ ਜੀ। ਲਗਿਓ ਖਰਗੀਨ ਬਿਖੇ ਨਾ ਸੁਰਿਓ ਕੁਸ ਤੇਗਾ ਤਬੇ ਨਿਕਾਰਾ। ਉਹ ਤੀਰ ਕਾਠੀ ਨੂੰ ਜਾ ਵੱਜਿਆ ਤੇ ਕੁਝ ਵੀ ਨਾ ਸਰਿਆ। ਫਿਰ ਕੇਸਰੀ ਚੰਦ ਨੇ ਤੇਗਾ ਮਿਆਨ ਵਿੱਚੋਂ ਬਾਹਰ ਕੱਢਿਆ ਜੀ। ਦਰਬਣ ਰਾਏ ਘੋੜੇ ਕਹੋ ਆਇਓ ਨਿਕਟ ਹੋਏ ਕਰ ਚਾਰਾ। ਫਿਰ ਘੋੜੇ ਨੂੰ ਭਜਾ ਕੇ ਨੇੜੇ ਆ ਕੇ ਹੱਥ ਨੂੰ ਝਾੜਿਆ ਹੈ ਜੀ। ਮੁੰਡਲ ਸਹਿਤ ਸੁਬਤ ਮੁਖ ਮੰਡਲ ਸਿਰ ਕੋ ਕਾਟ ਉਤਾਰਾ। ਕਹਿੰਦੇ ਕਿ ਇਹ ਜਿਹੜਾ ਕੇਸਰੀ ਚੰਦ ਹੈ ਇਹ ਬੜੇ ਤੀਰ ਚਲਾ ਰਿਹਾ ਸੀ ਤੇ ਅੱਗੇ ਭਾਈ ਉਹਦੇ ਸਿੰਘ ਹੈ ਜਿਹਨੂੰ ਗੁਰੂ ਨੇ ਥਾਪੜਾ ਦੇ ਕੇ ਭੇਜਿਆ ਹੈ। ਗੁਰੂ ਸਿੰਘ ਨੇ ਬਚਨ ਕੀਤਾ ਸੀ ਕੋਈ ਸਿੱਖ ਜਾਵੇ ਕਿਸੇ ਨੂੰ ਭੇਜੀਏ ਜਿਹੜਾ ਕੇਸਰੀ ਚੰਦ ਦਾ ਸਿਰ ਕੱਟ ਕੇ ਤੇ ਉਹ ਸਾਡੇ ਕੋਲ ਪੇਸ਼ ਕਰੇ ਬਰਛੇ ਵਿੱਚ ਟੰਗ ਕੇ। ਤੇ ਭਾਈ ਉਹਦੇ ਸਿੰਘ ਨੇ ਆਖਿਆ ਸਤਿਗੁਰੂ ਮੈਨੂੰ ਸੇਵਾ ਬਖਸ਼ੋ, ਇਹ ਸੇਵਾ ਮੇਰੀ ਝੋਲੀ ਵਿੱਚ ਪਾ। ਹੁਣ ਕੇਸਰੀ ਚੰਦ ਜਿਹੜਾ ਹੈ ਉਹ ਬੜੇ ਤੀਰ ਚਲਾਉਂਦਾ ਹੈ, ਵਾਰ ਕਰਦਾ ਹੈ। ਇਧਰ ਭਾਈ ਉਹਦੇ ਸਿੰਘ ਹੈ ਜਿਹਨੂੰ ਤਲਵਾਰ ਭੰਡਾਰ ਦੇ ਵਿੱਚੋਂ ਇੱਕ ਵਿਸ਼ੇਸ਼ ਤਲਵਾਰ ਗੁਰੂ ਸਾਹਿਬ ਜੀ ਨੇ ਦੇ ਕੇ ਭੇਜਿਆ ਹੈ। ਕਹਿੰਦੇ ਉਹਦਾ ਕੁੰਡਲਾ ਸਾਹਿਬ ਚਿਹਰਾ ਸ਼ੋਭ ਰਿਹਾ ਸੀ ਕੇਸਰੀ ਚੰਦ ਦਾ, ਜਿਸ ਨੂੰ ਉਹਦੇ ਸਿੰਘ ਨੇ ਕੱਟ ਕੇ ਉਤਾਰ ਦਿੱਤਾ ਜੀ। ਹਰ ਪਰ ਧਰ ਤਤਕਾਲ ਪਰਿਓ ਗਿਰ ਮਹਾ ਸਤਰੂ ਕੋ ਮਾਰਾ। ਕਹਿੰਦੇ ਜਦੋਂ ਭਾਈ ਉਹਦੇ ਸਿੰਘ ਨੇ ਵਾਰ ਕੀਤਾ ਤੇ ਉਹ ਧਰਤੀ ਦੇ ਉੱਤੇ ਡਿੱਗ ਪਿਆ। ਸਿੰਘ ਨੇ ਐਸਾ ਵਾਰ ਕੀਤਾ ਧਰ ਪਰ ਧਰ ਤਤਕਾਲ ਪਰਿਓ ਗਿਰ, ਧੜ ਜਿਹੜਾ ਸੀ ਨਾ ਉਹ ਅਲੱਗ ਡਿੱਗ ਪਿਆ ਤੇ ਸਿਰ ਅਲੱਗ ਡਿੱਗ ਪਿਆ ਕੇਸਰੀ ਚੰਦ ਦਾ। ਮਹਾ ਸ਼ਤਰ ਕੋ ਮਾਰਾ। ਕਹਿੰਦੇ ਇਸ ਤਰ੍ਹਾਂ ਉਹਦੇ ਸਿੰਘ ਨੇ ਮਹਾਨ ਵੈਰੀ ਨੂੰ ਮਾਰ ਦਿੱਤਾ ਜੀ। ਸਿਮਰ ਬਾਕ ਗੁਰ ਕੋਇ ਰਤਸ ਛਿਨ ਨੇ ਜੇ ਸੀਸ ਪਰੋਵਾ। ਇਸ ਤਰ੍ਹਾਂ ਗੁਰੂ ਜੀ ਦਾ ਬਚਨ ਯਾਦ ਕਰਕੇ ਗੁਰੂ ਨੇ ਕਿਹਾ ਸੀ ਕਿ ਨੇਜੇ ਵਿੱਚ ਪਰੋ ਕੇ ਲਿਆਉਣਾ ਹੈ। ਉਸੇ ਵੇਲੇ ਕੇਸਰੀ ਚੰਦ ਦੇ ਸਿਰ ਨੂੰ ਭਾਈ ਉਹਦੇ ਸਿੰਘ ਨੇ ਨੇਜੇ ਵਿੱਚ ਪਰੋ ਲਿਆ ਜੀ। ਲੈ ਹਟ ਚਲੇ ਗਇਓ ਕਰ ਅੰਤਰ ਹਾਹਾਕਾਰ ਸੋਹੂਹਾ। ਤੇ ਲੈ ਕੇ ਹਟ ਕੇ ਚੱਲ ਪਿਆ ਇਧਰ ਜੰਗ ਦੇ ਮੈਦਾਨ ਦੇ ਵਿੱਚ। ਕੇਸਰੀ ਚੰਦ ਦਾ ਧੜ ਡਿੱਗਿਆ ਪਿਆ, ਸੀਸ ਲੈ ਕੇ ਭਾਈ ਉਹਦੇ ਸਿੰਘ ਜੀ ਚੱਲ ਪਏ। ਕਹਿੰਦੇ ਗੜੀ ਦੇ ਅੰਦਰ ਚਲੇ ਗਏ, ਬਾਹਰ ਸਾਰੇ ਹਾਹਾਕਾਰ ਮਚ ਗਈ ਜੀ। ਮਨੋ ਅੰਧ ਪੈ ਸਕਲ ਪਹਾੜੀ ਪੀਸੇ ਮਰਿਓ ਬਗਲੋਕਾ। ਮਾਨੋ ਸਾਰੇ ਪਹਾੜੀਏ ਅੰਨੇ ਹੋ ਗਏ ਜਦ ਉਹਨਾਂ ਪਿੱਛੇ ਮਰੇ ਹੋਏ ਕੇਸਰੀ ਚੰਦ ਨੂੰ ਵੇਖਿਆ ਜੀ। ਬਾਣ ਕਮਾਨ ਸਹਿਤ ਤਰ ਪਰ ਧਰ ਵਧਿਓ ਸਭਨ ਮੈਂ ਸੋਕਾ। ਕਹਿੰਦੇ ਉਹ ਤੀਰ ਕਮਾਨ ਦੇ ਸਮੇਤ, ਤੀਰ ਵੀ ਉਹਦੇ ਉਸੇ ਤਰ੍ਹਾਂ ਭੱਥੇ ਵਿੱਚ ਨੇ ਤੇ ਜਿਹੜਾ ਕਮਾਨ ਹੈ ਉਹ ਵੀ ਲਾਗੇ ਡਿੱਗਾ ਪਿਆ ਹੈ। ਕਹਿੰਦੇ ਸਾਰਿਆਂ ਨੇ ਜਦੋਂ ਐਸਾ ਦੇਖਿਆ
ਤੇ ਬਹੁਤ ਵੱਡਾ ਸ਼ੋਕ ਵਧਿਆ ਹੈ ਜੀ। ਨਿਖਰ ਖਾਲਸਾ ਲੋਹ ਗੜੀ ਤੇ ਹੀਲਾ ਮਾਰੇ ਉਤਾਰਾ। ਕਹਿੰਦੇ ਖਾਲਸੇ ਨੇ ਗੜੀ ਵਿੱਚੋਂ ਨਿਕਲ ਕੇ, ਲੋਹਗੜ੍ਹ ਦੇ ਕਿਲੇ ਵਿੱਚੋਂ ਨਿਕਲ ਕੇ ਹੱਲਾ ਮਾਰ ਕੇ ਪਹਾੜੀਆਂ ਨੂੰ ਮੋਰਚੇ ਵਿੱਚੋਂ ਉਤਾਰਿਆ ਜੀ। ਮੋਹਕਮ ਸਿੰਘ ਪਹੁੰਚੇ ਹੋਸ਼ਨ ਮੈਂ ਖੜਗ ਦੁਰਦ ਕੈ ਚਾਰਾ। ਫਿਰ ਭਾਈ ਮੋਹਕਮ ਸਿੰਘ ਜੀ ਜੋ ਪੰਜਾਂ ਪਿਆਰਿਆਂ ਵਿੱਚੋਂ ਇੱਕ ਛਿਨ ਵਿੱਚ ਮੈਦਾਨ ਵਿੱਚ ਪਹੁੰਚ ਗਏ, ਆਪਣੀ ਤਲਵਾਰ ਨੂੰ ਹਾਥੀ ਉੱਤੇ ਝਾੜਿਆ ਜੀ। ਕੱਟੀ ਸੁੰਡ ਬਾਵਰ ਹੋਏ ਭਾਕਿਓ ਔਰ ਸਤਦ੍ਰਵ ਜਾਈ। ਜਦ ਹਾਥੀ ਦੀ ਸੁੰਡ ਤਲਵਾਰ ਦੇ ਨਾਲ ਕੱਟੀ ਗਈ ਤਾਂ ਪਾਗਲ ਹੋ ਕੇ ਉਹ ਸਤਲੁਜ ਦਰਿਆ ਵੱਲ ਨੂੰ ਭੱਜ ਉੱਠਿਆ ਜੀ। ਹੱਡੇ ਪਹਾੜੀ ਹਾਰੀ ਧੀਰਜ ਸਿੰਘਨ ਮਾਰ ਮਚਾਈ। ਪਹਾੜੀਏ ਫਿਰ ਧੀਰ ਝਾਰ ਕੇ ਪਿਛਾਂ ਹਟ ਗਏ ਤਾਂ ਸਿੰਘਾਂ ਨੇ ਵੱਡੀ ਮਾਰ ਮਚਾਈ ਜੀ। ਹਿੰਮਤ ਸਿੰਘ ਸਾਹਿਬ ਸਿੰਘ ਪਹੁੰਚੇ ਅਰੇ ਜੋ ਕਾਟੇ ਜੋਦਾ। ਫਿਰ ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਇਹ ਪਹੁੰਚ ਗਏ। ਜਿਹੜਾ ਵੀ ਅੱਗੇ ਅੜੇ ਉਹ ਯੋਧੇ ਕੱਟ ਕੇ ਸੁੱਟ ਦਿੱਤੇ ਜੀ। ਮਨੋ ਸੇਰ ਨਿਰਭੈ ਵਿਚਰਨ ਤੇ ਰਕਤ ਨੇਤਰ ਕਰ ਕ੍ਰੋਧਾ। ਕਹਿੰਦੇ ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਵਿਚਰ ਰਹੇ ਨੇ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ। ਕਹਿੰਦੇ ਜਿੱਦਾਂ ਸ਼ੇਰ ਨਿਰਭੈ ਹੋ ਕੇ ਵਿਚਰ ਰਹੇ ਹੋਣ। ਉਹਨਾਂ ਨੇ ਆਪਣੇ ਨੈਣ ਲਹੂ ਵਾਂਗ ਲਾਲ ਕੀਤੇ ਸਨ ਜੀ। ਨਾਹਨ ਸਿੰਘ ਅਰ ਸ਼ੇਰ ਸਿੰਘ ਜਗ ਤਰਵਾਰੇ ਚਮਕਾਈ। ਔਰ ਜਿਹੜੇ ਸਭ ਤੋਂ ਪਹਿਲਾਂ ਲੋਹਗੜ੍ਹ ਦੇ ਕਿਲੇ ਦੇ ਅੱਗੇ ਖੜੇ ਸਨ ਇਹ ਸਿੰਘ ਭਾਈ ਨਾਰ ਸਿੰਘ, ਭਾਈ ਸ਼ੇਰ ਸਿੰਘ, ਦੋਵਾਂ ਨੇ ਆਪਣੀਆਂ ਤਲਵਾਰਾਂ ਚਮਕਾਈਆਂ ਹਨ ਜੀ। ਚੱਲੇ ਤਫੰਗ ਹਜ਼ਾਰੋ ਰਿਪਕੀ ਸਤਿਗੁਰ ਪਏ ਸਹਾਈ। ਤੇ ਹਜ਼ਾਰਾਂ ਵੈਰੀਆਂ ਦੀਆਂ ਬੰਦੂਕਾਂ ਚੱਲਦੀਆਂ ਸਨ। ਉਹਨਾਂ ਹਜ਼ਾਰਾਂ ਲੱਖਾਂ ਵੈਰੀਆਂ ਦੇ ਸਾਹਮਣੇ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਹਾਇਕ ਬਣੇ ਸਨ। ਨਹੀਂ ਤਾਂ ਥੋੜੇ ਸਿੰਘ 1,57,000 ਫੌਜ ਚੜ੍ਹ ਕੇ ਆਈ ਹੈ ਤੇ ਉਹਨਾਂ ਦਾ ਥੋੜੇ ਸਿੰਘ ਮੁਕਾਬਲਾ ਕਰ ਗਏ। ਇਹ ਤਾਂ ਕਰ ਗਏ ਕਿਉਂਕਿ ਗੁਰੂ ਨੇ ਆਪਣੇ ਸੇਵਕਾਂ ਦੀ ਲਾਜ ਰੱਖੀ ਹੈ ਜੀ। ਨਿਰਭੈ ਖਾਲਸਾ ਸਤਰਨ ਦਲ ਮੈਂ ਘਾਇਲ ਲੈ ਤੇ ਉਠਾਈ। ਖਾਲਸੇ ਨੇ ਨਿਰਭੈ ਹੋ ਕੇ ਵੈਰੀ ਦਲ ਦੇ ਵਿੱਚੋਂ ਆਪਣੇ ਜ਼ਖਮੀ ਹੋਏ ਸਿੰਘਾਂ ਨੂੰ ਚੁੱਕਿਆ ਹੈ ਜੀ। ਵਦੇ ਅਗਰ ਰੁੱਤ ਕਰੇ ਬਹਾਰੀ ਫਤੇ ਜੰਗ ਤੇ ਪਾਈ। ਜੇ ਪਹਾੜੀਏ ਅੱਗੇ ਵੱਧਦੇ ਸਨ ਤੇ ਸਿੰਘ ਉਹਨਾਂ ਨੂੰ ਰੋਕ ਲੈਂਦੇ ਸਨ। ਇਸ ਪ੍ਰਕਾਰ ਖਾਲਸੇ ਨੇ ਜੰਗ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਹੈ। ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਇਹ ਜੋ ਜੰਗ ਦਾ ਮੈਦਾਨ ਸੀ ਇਹਦੇ ਵਿੱਚ ਖੂਨ ਡੁੱਲਿਆ ਪਿਆ ਹੈ। ਲੋਥਾਂ ਦੇ ਉੱਤੇ ਲੋਥਾਂ ਚੜੀਆਂ ਹੋਈਆਂ ਨੇ। ਆ ਕਾਂ ਹੋਏ, ਗਿਰਜਾਂ ਹੋਏ, ਆ ਛੋਟੀਆਂ ਇੱਲਾਂ ਤੇ ਜੋਗਣੀਆਂ ਆਦਿ ਮਾਸ ਖਾਣ ਵਾਲੇ ਸਾਰੇ ਜੰਗ ਦੇ ਮੈਦਾਨ ਵਿੱਚ ਮਾਸ ਖਾ ਰਹੇ ਨੇ। ਕਿਉਂਕਿ 1,57,000 ਜੇ ਫੌਜ ਦੀ ਵੀ ਗੱਲ ਕਰੀਏ ਤੇ ਉਹ ਥੋੜੇ ਜਿਹੇ ਥਾਂ ਦੇ ਵਿੱਚ ਥੋੜੀ ਹੋਵੇਗੀ। ਔਰ ਬਹੁਤ ਵੱਡਾ ਜਗ੍ਹਾ ਹੋਵੇਗੀ, ਮੈਦਾਨ ਹੋਏਗਾ ਜਿੱਥੇ ਉਹ ਫੌਜ ਸੀਗੀ ਤੇ ਥਾਂ ਥਾਂ ਤੇ ਲੋਥਾਂ ਖਿਲਰੀਆਂ ਹੋਈਆਂ ਸਨ। ਲੋਕਾਂ ਨੂੰ ਆਪੋ ਆਪਣੀ ਪਈ ਹੋਈ ਸੀ ਤੇ ਮਾਸ ਖਾਣ ਵਾਲੇ ਜਿਹੜੇ ਜਾਨਵਰ, ਜਿਹੜੇ ਪੰਛੀ ਉਹ ਮਾਸ ਖਾਂਦੇ ਸਨ
ਜਿਨ੍ਹਾਂ ਦਾ ਜ਼ਿਕਰ ਕਵੀ ਜੀ ਨੇ ਕੀਤਾ ਹੈ ਜੀ। ਗਲ ਭੀਤਰ ਬਿਕਸਤ ਕਹਿ ਬਾਤਨ, ਬੈਠੇ ਬਿਖੇ ਤਮਾਸ਼ਾ। ਸਤਿਗੁਰੂ ਜੀ ਗੱਲਾਂ ਕਰਕੇ ਹੱਸਦੇ ਸਨ ਤੇ ਬੈਠੇ ਤਮਾਸ਼ਾ ਵੇਖਦੇ ਸਨ ਜੀ। ਗਜ ਸੋ ਭਿਰਨ ਕੇਸਰੀ ਮਾਰਨ, ਇਹ ਸਿੰਘਨ ਕੀ ਆਸਾ। ਕਹਿੰਦੇ ਹਾਥੀ ਨਾਲ ਭਿੜਨਾ ਤੇ ਕੇਸਰੀ ਚੰਦ ਰਾਜੇ ਨੂੰ ਮਾਰਨਾ ਇਹ ਸਿੰਘਾਂ ਦੀ ਮਨਸਾ ਸੀਗੀ, ਜੋ ਪੂਰੀ ਹੋ ਗਈ ਹੈ ਜੀ। ਕਹਿ ਕਹਿ ਹਸੀ ਕਾਲ ਕਾ ਕੜਕੀ, ਸ਼੍ਰੋਣਤ ਬਾਣ ਕਰਾਲੀ। ਕਹਿ ਕਹਿ ਮਾਰ ਕੇ ਕਾਲਕਾ ਹੱਸੀ ਤੇ ਵਿਕਰਾਲ ਲਹੂ ਪੀਂਦੀ ਹੈ ਜੀ। ਲਾਖੋ ਸੁਟੇ ਤੁਫੰਗ ਤੜਾਕੇ, ਸੂਰਨ ਕੇ ਮੁਖ ਲਾਲੀ। ਲੱਖਾਂ ਬੰਦੂਕਾਂ ਚੱਲਦੀਆਂ ਸਨ ਤੇ ਸੂਰਮਿਆਂ ਦੇ ਚਿਹਰੇ ਉੱਤੇ ਲਾਲੀ ਛਾਈ ਹੋਈ ਸੀ ਜੀ। ਕਾਇਲ ਪਏ ਦੁਦਰ ਪਟ ਲਪਟੇ, ਫੂਲੇ ਮਨੋ ਪਖਾਲਾ। ਲਹੂ ਦੇ ਨਾਲ ਲਿਬੜੇ ਘਾਇਲ ਇੰਜ ਲੱਗਦੇ ਸਨ ਕਿ ਮਾਨੋ ਸ਼ਿਸ਼ਰੇ ਦੇ ਲਾਲ ਰੰਗ ਦੇ ਫੁੱਲ ਹੋਵਨ ਜੀ। ਇਕ ਕੂਮਤ ਜਨ ਮਾਦਕ ਖਾਇਓ, ਪਏ ਸਮੂਹ ਬਿਨਾਸਾ। ਕਹਿੰਦੇ ਕਈ ਜਿਹੜੇ ਸਨ ਉਹ ਜ਼ਮੀਨ ਦੇ ਉੱਤੇ ਪਏ ਹੋਏ ਸਨ, ਜਦੋਂ ਫੱਟ ਵੱਜਦਾ ਸੀ ਏਦਾਂ ਘੁੰਮ ਕੇ ਗਿਰਦੇ ਸਨ ਕਿ ਜਿਵੇਂ ਕਿਸੇ ਨਸ਼ਾ ਕਰਨ ਵਾਲੇ ਨੇ ਬਹੁਤਾ ਨਸ਼ਾ ਕਰ ਲਿਆ ਹੋਵੇ ਤੇ ਉਹ ਨਸ਼ੇ ਦੇ ਲੋਰ ਵਿੱਚ ਜ਼ਮੀਨ ਤੇ ਡਿੱਗਦਾ ਹੈ। ਏਦਾਂ ਜਿਹਦੇ ਫੱਟ ਵੱਜਦਾ ਸੀ ਉਹ ਜ਼ਮੀਨ ਤੇ ਘੁੰਮ ਕੇ ਡਿੱਗਦਾ ਹੈ। ਇਸ ਤਰ੍ਹਾਂ ਸਾਰੇ ਵਿਨਾਸ਼ ਹੋ ਗਏ ਜੀ। ਟੂਟੇ ਚਰਨ ਪੁਟੀ ਕਿਸ ਸਾਥੀ ਕੋ, ਕਟਤੇ ਕਟ ਡਾਰਾ। ਕਵੀ ਜੀ ਕਹਿੰਦੇ ਨੇ ਕਿਸੇ ਦੇ ਪੈਰ ਟੁੱਟ ਗਏ, ਕਿਸੇ ਦੀ ਛਾਤੀ ਵਿੰਨੀ ਗਈ, ਕੋ ਕੱਟ ਤੇ ਕੱਟ ਡਾਰਾ, ਕਿਸੇ ਨੂੰ ਲੱਕ ਵਿੱਚੋਂ ਹੀ ਕੱਟ ਦਿੱਤਾ ਸੀ ਜੀ। ਕਾਨ ਕਟੇ ਕਹਿ ਪਾਣ, ਕਟੇ ਕਹਿ ਪੇਟ ਫਟੇ ਕਟ ਪਾਰਾ। ਕਿਸੇ ਦੇ ਕੰਨ ਕੱਟੇ ਗਏ ਸਨ, ਕਿਸੇ ਦਾ ਪੇਟ ਪਾੜ ਗਿਆ ਸੀ, ਕਿਸੇ ਦਾ ਲੱਕ ਪਾਟਾ ਸੀ ਜੀ। ਨੈਣ ਫੂਟ ਕੋ ਅੰਧ ਪਇਓ, ਪਟ ਜੰਗ ਕਾਹੂ ਕੀ ਟੂਟੀ। ਕਈ ਸੂਰਬੀਰ ਜਿਨ੍ਹਾਂ ਦੇ ਨੇਤਰ ਹੀ ਫਟ ਗਏ ਸਨ, ਉਹਨਾਂ ਨੂੰ ਹੁਣ ਦਿਸ ਨਹੀਂ ਸੀ ਰਿਹਾ। ਕਿਸੇ ਦੀਆਂ ਲੱਤਾਂ ਟੁੱਟ ਗਈਆਂ ਸਨ ਜੀ। ਕੇ ਚੱਕ ਸੋਨਤ ਨਿਚਰਤ ਵਿਚਰਤ, ਕਿਸ ਕੀ ਮੁੰਡਿਆ ਟੂਟੀ। ਕਿਸੇ ਦਾ ਸਿਰ ਪਾਟ ਗਿਆ ਸੀ ਤੇ ਕਈ ਲਹੂ ਨੁਚੜਦਿਆਂ ਹੀ ਜੰਗ ਦੇ ਮੈਦਾਨ ਵਿੱਚ ਤੁਰੇ ਫਿਰਦੇ ਸਨ ਜੀ। ਪਰੇ ਕਰੇ ਹੈ ਕੋ ਜਲ ਜਾਚਤ, ਕੋ ਕਾਤੁਰ ਕਰਦਾ ਭਾਗਾ। ਕਈ ਲੰਮੇ ਪਏ ਹੋਏ ਹਾਏ ਹਾਏ ਕਰਦੇ ਪਾਣੀ ਮੰਗਦੇ ਸਨ। ਕਈ ਕਾਇਰ ਡਰ ਕੇ ਜੰਗ ਦੇ ਮੈਦਾਨ ਵਿੱਚੋਂ ਭੱਜ ਗਏ ਸਨ ਜੀ। ਚੀਰ ਫਟੇ ਕਹਿ ਬਾਹ ਫਟੇ ਕਹਿ, ਸਿਰ ਨਾਗੇ ਬਿਨ ਬਾਗਾ। ਕਿਸੇ ਦੇ ਕੱਪੜੇ ਪਾਟੇ ਹੋਏ ਸਨ, ਕਿਸੇ ਦੀ ਬਾਂਹ ਪਾਟੀ ਹੋਈ ਸੀ, ਕਈਆਂ ਦੀਆਂ ਦਸਤਾਰਾਂ ਲੈ ਗਈਆਂ ਤੇ ਉਹਨਾਂ ਦੇ ਸਿਰ ਨੰਗੇ ਹੋਏ ਸਨ ਜੀ। ਪਟੇ ਦੁੰਦਬ ਢੋਲ ਪਟੇ ਕਨ, ਗੁਲਕਾ ਲਗ ਲਗ ਫੂਟੇ। ਕਈ ਪਟਹੇ ਨਗਾਰੇ ਢੋਲ ਪਟੇ ਆਦ ਬਹੁਤ ਗੋਲੀਆਂ ਲੱਗਣ ਦੇ ਨਾਲ ਫਟ ਗਏ ਸਨ ਜੀ। ਗਿਰੇ ਤਰੰਗਮ ਭੰਗ ਪਏ, ਕਨ ਕੋ ਸਾਉਰ ਮੈਂ ਛੂਟੇ। ਕਹਿੰਦੇ ਕਈ ਘੋੜੇ ਜਿਹੜੇ ਉਹ ਮਰ ਗਏ ਸਨ ਤੇ ਧਰਤੀ ਤੇ ਡਿੱਗ ਪਏ ਸਨ। ਕੋ ਸਾਉਰ ਮੈਂ ਛੂਟੇ, ਕਈ ਘੋੜ ਸਵਾਰਾਂ ਵਿੱਚ ਖੁੱਲੇ ਫਿਰਦੇ ਸਨ ਜੀ। ਗਿਰੀ ਤੁਫੰਗੇ ਖੜਕ ਪਰੇ ਗਨ, ਛੇਲੇ ਬਾਣ ਕਮਾਨਾ। ਕਈ ਬੰਦੂਕਾਂ ਡਿੱਗ ਪਈਆਂ, ਕਈਆਂ ਦੇ ਹੱਥੋਂ ਤਲਵਾਰਾਂ ਡਿੱਗ ਪਈਆਂ,
ਤੀਰ ਕਮਾਨ ਜੰਗ ਦੇ ਮੈਦਾਨ ਵਿੱਚ ਡਿੱਗੇ ਪਏ ਸਨ ਜੀ। ਕਾਤੁਰ ਨਰ ਔਰ ਬਿਦਰਤ ਹੀਰਤ ਅਸਮਾਚਾ ਕਮਸਾਨਾ। ਜਿਹੜੇ ਕਾਇਰ ਮਨੁੱਖ ਸਨ ਉਹਨਾਂ ਦਾ ਵੇਖ ਕੇ ਹਿਰਦਾ ਫਟਦਾ ਸੀ, ਐਸਾ ਕਮਸਾਨ ਮਚਿਆ ਸੀ ਜੀ। ਬਰਨ ਕੇ ਮਨ ਹੋਸ ਰਹੀਨ ਮਿਲ ਮਿਲ ਸਤਰ ਪ੍ਰਹਾਰੇ। ਬੀਰਨ ਤੋਂ ਭਾਵ ਹੈ ਸੂਰਬੀਰ ਯੋਧੇ। ਕਹਿੰਦੇ ਬੀਰਨ ਕੇ ਮਨ ਹੋਸ਼ ਰਹੀ ਨੈ, ਸੂਰਬੀਰਾਂ ਦੇ ਮਨ ਵਿੱਚ ਕੋਈ ਅਰਮਾਨ ਨਾ ਰਹਿ ਗਿਆ। ਮਿਲ ਮਿਲ ਸ਼ਸਤਰ ਪ੍ਰਹਾਰੇ, ਆਪਸ ਵਿੱਚ ਮਿਲ ਮਿਲ ਕੇ ਸ਼ਸਤਰਾਂ ਦੇ ਵਾਰ ਕਰਦੇ ਸਨ ਜੀ। ਬਾਗੇ ਲਾਲ ਭਾਗ ਜਨ ਖੇਲਤ ਗਾਏ ਮਨੋ ਕੈ ਮਾਰੇ। ਕਵੀ ਜੀ ਇਹ ਸਾਰਾ ਜੋ ਜੰਗ ਦਾ ਹਾਲ ਹੈ ਉਹ ਦੱਸ ਰਹੇ ਨੇ। ਕਹਿੰਦੇ ਜਿਵੇਂ ਲਾਲ ਹੋਲੀ ਖੇਡਦੇ ਨਾ, ਲਾਲ ਰੰਗ ਪਾ ਕੇ ਇੱਕ ਦੂਜੇ ਦੇ ਉੱਤੇ ਮਾਰੋ ਮਾਰੋ ਮਾਨੋ, ਇਹ ਹੋਲੀ ਦਾ ਗੀਤ ਗਾ ਰਹੇ ਨੇ। ਇੱਕ ਹਿਸਾਬ ਦਾ ਸੂਰਮੇ ਹੋਲੀ ਖੇਲ ਰਹੇ ਨੇ, ਉੱਥੇ ਹੋਲੀ ਦਾ ਗੀਤ ਗਾਉਂਦੇ ਨੇ ਤੇ ਰੰਗ ਪਾਉਂਦੇ ਨੇ। ਇੱਥੇ ਮਾਰੋ ਮਾਰੋ ਪੁਕਾਰ ਰਹੇ ਨੇ ਤੇ ਇੱਕ ਦੂਜੇ ਤੇ ਵਾਰ ਕਰਦੇ ਹਨ ਜੀ। ਹਾਥ ਤਫੰਗ ਗਹੀ ਪਿਚਕਾਰੀ ਮੂਠ ਗੁਲਾਲਨ ਛੇਲੇ। ਜਿੱਦਾਂ ਹੋਲੀ ਤੇ ਪਿਚਕਾਰੀ ਪਕੜ ਕੇ ਇੱਕ ਦੂਜੇ ਉੱਤੇ ਰੰਗ ਪਾਉਂਦੇ ਨੇ। ਕਹਿੰਦੇ ਇਸੇ ਤਰ੍ਹਾਂ ਇਹ ਸੂਰਮਿਆਂ ਦੇ ਹੱਥ ਵਿੱਚ ਫੜੀ ਹੋਈ ਜਿਹੜੀ ਬੰਦੂਕ ਹੈ, ਇਹ ਮਾਨੋ ਰੰਗ ਦੀ ਭਰੀ ਹੋਈ ਪਿਚਕਾਰੀ ਹੈ। ਉਹ ਪਿਚਕਾਰੀ ਦਾ ਜਦੋਂ ਬਟਨ ਦਬਾਉਂਦੇ ਨੇ ਤੇ ਉਹਦੇ ਵਿੱਚੋਂ ਫੁਹਾਰਾ ਨਿਕਲ ਕੇ ਸਾਹਮਣੇ ਵਾਲੇ ਤੇ ਪੈਂਦਾ, ਉਹਦੇ ਕੱਪੜੇ ਰੰਗੇ ਜਾਂਦੇ ਨੇ। ਇਧਰ ਜਦੋਂ ਬੰਦੂਕ ਵਿੱਚੋਂ ਗੋਲੀ ਨਿਕਲਦੀ ਹੈ, ਸਾਹਮਣੇ ਵਾਲੇ ਦਾ ਸੀਨਾ ਪਾੜਦੀ ਹੈ ਤੇ ਉੱਥੇ ਲਹੂ ਦੇ ਨਾਲ ਕੱਪੜੇ ਰੰਗੇ ਜਾਂਦੇ ਨੇ। ਇਸ ਤਰ੍ਹਾਂ ਕਵੀ ਜੀ ਹੋਲੀ ਦੇ ਨਾਲ ਮਿਲਾ ਕੇ ਉਸ ਦ੍ਰਿਸ਼ ਨੂੰ ਪੇਸ਼ ਕਰਦੇ ਹਨ ਜੀ। ਨਿਗਸੀ ਮਿੰਜ ਅਮੀਰ ਪਰਿਓ ਜਨ ਪ੍ਰੇਮ ਕਰੇ ਬੋ ਮੇਲੇ। ਨਿਗਸੀ ਹੋਈ ਜਿਹੜੀ ਮਿੱਝ ਹੈ ਸਰੀਰ ਵਿੱਚੋਂ, ਮਾਨੋ ਸੂਰਮਿਆਂ ਤੇ ਅੰਬੀਰ ਪਾਇਆ ਹੋਵੇ, ਜਿਹੜੇ ਆਪਸ ਵਿੱਚ ਬਹੁਤ ਟਕਰੇ ਹੋਏ ਨੇ ਇੱਕ ਦੂਜੇ ਨਾਲ, ਆਪਸ ਵਿੱਚ ਬਹੁਤ ਮੇਲ ਕਰਨ ਦੇ ਤੁਲ ਸੀ ਜੀ। ਥਕਤ ਪਏ ਪਟ ਪੌਂਡੇ ਕੇਤਕ ਲੋਟ ਪੋਤ ਪਰ ਕੋਏ। ਜਿਵੇਂ ਥੱਕੇ ਹੋਏ ਸੂਰਬੀਰ ਸੁੱਤੇ ਪਏ ਸਨ, ਇਸ ਪ੍ਰਕਾਰ ਲਾਸ਼ ਦੇ ਉੱਤੇ ਲਾਸ਼ ਪਈ ਹੋਈ ਹੈ। ਕਹਿੰਦੇ ਲੋਥ ਦੇ ਉੱਤੇ ਲੋਥ ਡਿੱਗੀ ਹੋਈ ਹੈ, ਇੱਕ ਦੂਜੇ ਦੇ ਉੱਤੇ ਏਦਾਂ ਲਾਸ਼ਾਂ ਪਈਆਂ ਨੇ, ਇੰਜ ਲੱਗਦਾ ਹੈ ਕਿ ਜਿਵੇਂ ਥੱਕ ਕੇ ਇੱਕ ਦੂਜੇ ਉੱਤੇ ਸੌਂ ਗਏ ਹਨ ਜੀ। ਊਮ ਨਿਹਾਲੀ ਲਾਲ ਦਸੀ ਜਨ ਪ੍ਰੀਤ ਕਰੇ ਕਰ ਸੋਏ। ਮਾਨੋ ਧਰਤੀ ਦੇ ਉੱਤੇ ਲਾਲ ਰੰਗ ਦੀ ਨਿਹਾਲੀ ਵਿਛੀ ਹੋਵੇ, ਜਿਸ ਉੱਤੇ ਪ੍ਰੇਮ ਕਰਕੇ ਸੂਰਬੀਰ ਸੁੱਤੇ ਪਏ ਹਨ ਜੀ। ਆਉਂਦੇ ਤ੍ਰਕ ਪਰੇ ਕਸੂਦੇ ਪਰੇ ਧੂਲਿਆਰ ਲੋਹੂ। ਕਈ ਮੋਢੇ ਪਏ ਹੋਏ ਨੇ, ਜਦੋਂ ਪ੍ਰਾਣ ਨਿਕਲੇ ਜਿਸ ਹਾਲਤ ਵਿੱਚ ਸੀ ਉਦਾਂ ਹੀ ਸਰੀਰ ਪਿਆ ਹੋਇਆ। ਕੋਈ ਟੇਢੇ ਹੋ ਕੇ ਪਏ ਨੇ, ਕਈ ਸਿੱਧੇ ਪਏ ਹਨ ਤੇ ਲਹੂ ਅਤੇ ਧੂੜ ਦੇ ਨਾਲ ਭਰੇ ਪਏ ਸਨ ਜੀ। ਕੂਕਰ ਚੰਬਕ ਬੋਲਤ ਡੋਲਤ ਖਾਏ ਅਗਾਵਨ ਹੋਹੂ। ਕਹਿੰਦੇ ਕੁੱਤੇ ਗਿੱਦੜ ਇਹ ਜਿਹੜੇ ਮਾਸ ਖਾਣ ਵਾਲੇ ਹਨ, ਇਹ ਗਲ ਤੱਕ ਰੱਜ ਕੇ ਮਾਸ ਖਾਂਦੇ ਸਨ ਜੀ। ਸੂਰਨ ਪਰਖਤ ਹੂਰਨ ਵਿਚਰਤ ਪਿਕ ਪਿਕ ਬੜੇ ਉਤਲਾ। ਸੂਰਬੀਰਾਂ ਨੂੰ ਹੂਰਾਂ ਪਰਖਣ ਵਾਸਤੇ ਵਿਚਰਦੀਆਂ ਸਨ। ਇਸ ਤਰ੍ਹਾਂ ਕਵੀ ਜੀ ਨੇ ਇਸ ਜੰਗ ਦਾ ਨਕਸ਼ਾ ਖਿੱਚਿਆ ਹੈ ਜੀ। ਖੰਜਨ ਲੋਚਨ ਅੰਜਨ ਅੰਜਤ ਕਰੇ ਸ਼ਿੰਗਾਰ ਵਿਸਾਲਾ। ਇਸ ਤਰ੍ਹਾਂ ਕਵੀ ਜੀ ਕਹਿੰਦੇ ਜੇ ਸਿੰਘ ਭਾਵੇਂ ਥੋੜੇ ਸਨ ਤੇ ਉਹਨਾਂ ਨੇ ਜੰਗ ਦੇ ਮੈਦਾਨ ਵਿੱਚ ਆਪਣਾ ਪੂਰਾ ਜ਼ੋਰ ਲਾ ਕੇ
ਇਸ ਜੰਗ ਦੇ ਵਿੱਚ ਮਾਨੋ ਜੰਗ ਨੂੰ ਜਿੱਤਣਾ ਕੀਤਾ ਹੈ। ਉਥੇ ਫਿਰ ਮਾਸ ਖਾਣ ਵਾਲਿਆਂ ਦਾ ਵੀ ਜ਼ਿਕਰ ਕੀਤਾ ਤੇ ਨਾਲ ਕਵੀ ਜੀ ਕਹਿੰਦੇ ਇਹ ਜਿਹੜਾ ਮਾੜੀ ਮੱਤ ਵਾਲਾ ਭੀਮ ਚੰਦ ਹੈ, ਇਹਨੇ ਭਿਆਨਕ ਰਣ ਖੇਤਰ ਨੂੰ ਵੇਖਣਾ ਕੀਤਾ ਹੈ। ਤੁਰੰਤ ਸਤੇ ਸੁਦਾ ਇਹਨੂੰ ਭੁੱਲ ਗਈਆਂ। ਇੰਨਾ ਵੱਡਾ ਲੋਹੇ ਦੇ ਨਾਲ ਲੋਹਾ ਵੱਜਿਆ ਹੈ ਜੀ। ਸਿੱਖ ਹੰਡੂਰੀਆ ਸਹਿ ਨਾ ਸਕੈ, ਬਲਵਾਨ ਕਮਾਨ ਚੜਾਈ। ਇਹ ਵੇਖ ਕੇ ਹੰਡੂਰੀਆ ਬਰਦਾਸ਼ਤ ਨਾ ਕਰ ਸਕਿਆ। ਉਸਨੇ ਸਾਰੇ ਬਲ ਦੇ ਨਾਲ ਕਮਾਨ ਚੜਾਈ ਜੀ। ਸਨਮੁਖ ਭਇਓ ਜੰਗ ਕੇ, ਆਵਤ ਸੂਰੇ ਸਰ ਸਮੁਦਾਈ। ਕਹਿੰਦੇ ਉਹ ਸੂਰਮਿਆਂ ਦੇ ਸਾਹਮਣੇ ਜੰਗ ਦੇ ਮੈਦਾਨ ਵਿੱਚ ਆਇਆ ਤੇ ਤੀਰਾਂ ਨੂੰ ਛੱਡਣ ਲੱਗਾ ਜੀ। ਕੰਚਨ ਜੀਨ ਕੀਨ ਤੈ ਕਰਟਨ, ਸਾਹਿਬ ਸਿੰਘ ਸੋ ਜੋਦਾ। ਭਾਈ ਸਾਹਿਬ ਸਿੰਘ ਜੋਧੇ ਨੇ ਸੋਨੇ ਦੀ ਕਾਠੀ ਪਛਾਣ ਲਈ। ਜਦੋਂ ਭੀਮ ਚੰਦ ਜੰਗ ਦੇ ਮੈਦਾਨ ਵਿੱਚ ਆਇਆ ਤੇ ਉਹਨੂੰ ਦੇਖ ਕੇ ਭਾਈ ਸਾਹਿਬ ਸਿੰਘ ਨੇ ਕਾਠੀ ਪਛਾਣਨੀ ਕੀਤੀ ਹੈ ਜੀ। ਤੁਰਾਂ ਤੁਆ ਤੁਪਕ ਤੱਕ ਮਾਰੀ, ਹੇਰਤ ਰਿਪ ਕੋ ਕ੍ਰੋਧਾ। ਕਹਿੰਦੇ ਵੈਰੀ ਨੂੰ ਬੜੇ ਕ੍ਰੋਧ ਨਾਲ ਵੇਖਿਆ ਤੇ ਘੋੜਾ ਭਜਾਉਣਾ ਕੀਤਾ। ਘੋੜੇ ਨੂੰ ਵੇਖ ਕੇ ਜਦੋਂ ਕਾਠੀ ਸੋਨੇ ਦੀ ਵੇਖੀ, ਪਛਾਣ ਲਿਆ ਵੀ ਇਹ ਤੇ ਭੀਮ ਚੰਦ ਹੀ ਹੈ। ਉਸ ਵੇਲੇ ਫਿਰ ਬੰਦੂਕ ਵਿੱਚੋਂ ਗੋਲੀ ਚਲਾਈ ਜੀ। ਹੋਏ ਘਾਇਲ ਤਤਕਾਲ ਗਇਓ ਹਟ, ਔਰ ਹੰਕਾਰ ਬਿਨਾਸਾ। ਤੇ ਹੰਡੂਰੀਆ ਘਾਇਲ ਹੋ ਕੇ ਤੁਰੰਤ ਪਿੱਛੇ ਹਟ ਗਿਆ ਹੈ। ਉਹਦੇ ਚਿਹਰੇ ਦਾ ਅਹੰਕਾਰ ਖਤਮ ਹੋ ਗਿਆ ਜੀ। ਵੇਖ ਗੁਲੇਰੀਏ ਤਿਆਰੀ ਧੀਰਜ ਹਵੈ, ਨਾ ਪ੍ਰਾਣ ਕੀ ਆਸਾ। ਜਦੋਂ ਗੁਲੇਰੀਏ ਰਾਜੇ ਨੇ ਦੇਖਿਆ ਤੇ ਉਹਨੂੰ ਵੀ ਪ੍ਰਾਣਾਂ ਦੀ ਆਸ ਬਾਕੀ ਨਾ ਰਹੀ। ਉਹਨੇ ਵੀ ਆਪਣਾ ਧੀਰਜ ਛੱਡ ਦਿੱਤਾ ਜੀ। ਰਹੇ ਕਟੋ ਜੀ ਬਹੁ ਪਸਤਾਵਤ, ਮੰਦਸ ਪਤ ਕਰ ਮੂਨਿੰ। ਕਟੋਚੀ ਰਾਜਾ ਪਛਤਾਉਂਦਾ ਹੀ ਰਹਿ ਗਿਆ। ਮੰਡੀ ਦਾ ਰਾਜਾ ਵੀ ਚੁੱਪ ਕਰ ਗਿਆ ਜੀ। ਜੰਮੂ ਪਤ ਆਦਿਕ ਬਿਸਮਾਏ, ਪਇਓ ਕਾਜ ਇਹ ਕੌਣ। ਕਹਿੰਦੇ ਜੰਮੂ ਦਾ ਰਾਜਾ ਤੇ ਹੋਰ ਸਾਰੇ ਬੜੇ ਹੈਰਾਨ ਹੋਏ। ਸੋਚਣ ਲੱਗੇ ਕੈਸਾ ਕਾਰਜ ਆ ਪਿਆ ਹੈ ਜੀ। ਸੈਨਾ ਜਿਤ ਕੇ ਤਮਰੀ ਪਰੀ, ਗਨ ਜੀਵਤ ਭਈ ਬੇਹੱਲਾ। ਜਿੱਥੇ ਕਿਥੇ ਬਹੁਤ ਸੈਨਾ ਮਰੀ ਪਈ ਹੈ ਤੇ ਜਿਹੜੇ ਜਿਉਂਦੇ ਹਨ ਉਹਨਾਂ ਦਾ ਬੁਰਾ ਹਾਲ ਹੋਇਆ ਹੈ ਜੀ। ਕਹਾਂ ਪਇਓ ਕਿਨੇ ਸ਼ਿੰਗਾਰੇ, ਲੋਥ ਪੋਥ ਪਰ ਜਲਾ। ਸੋਚ ਰਹੇ ਸਨ ਵੀ ਇਹ ਕੀ ਹੋ ਗਿਆ ਹੈ। ਇਹ ਸਾਰੇ ਕਿਸ ਨੇ ਮਾਰ ਦਿੱਤੇ ਹਨ। ਲੋਥ ਤੇ ਲੋਥ ਪਈ ਹੈ ਜੀ। ਕਾਇਲ ਹੋਏ ਹੋਏ ਹਜ਼ਾਰੋਂ, ਪਰੇ ਸਿਵਰ ਮੈਂ ਜਾਈ। ਹਜ਼ਾਰਾਂ ਦੀ ਗਿਣਤੀ ਵਿੱਚ ਘਾਇਲ ਹੋਏ ਆਪਣੇ ਆਪਣੇ ਡੇਰਿਆਂ ਵਿੱਚ ਜਾ ਕੇ ਲੰਮੇ ਪਏ ਸਨ ਜੀ। ਮਾਰਨ ਦੁਰਗ ਭਰੋਸਾ, ਧਰ ਕੇ ਪ੍ਰਾਨ ਦੇ ਰਣ ਆਈ। ਕਿਲੇ ਨੂੰ ਮਾਰਨ ਦਾ ਭਰੋਸਾ ਧਾਰਨ ਕਰਕੇ ਰਣ ਖੇਤਰ ਵਿੱਚ ਆਏ ਸਨ ਤੇ ਉਹਨਾਂ ਨੇ ਆ ਕੇ ਪ੍ਰਾਨ ਤਿਆਗੇ ਹਨ ਜੀ। ਇਹ ਰਾਮ ਬ੍ਰਿੰਦ ਜੇ ਰਾਣੇ, ਸਿੰਘਨ ਘਨੇ ਖਪਾਏ। ਕਹਿੰਦੇ ਮੀਏ ਰਾਜੇ ਰਾਣੇ ਜਿਹੜੇ ਬਹੁਤ ਸਨ ਉਹ ਸਿੰਘਾਂ ਨੇ ਮਾਰ ਮਾਰ ਕੇ ਖਪਾ ਦਿੱਤੇ ਜੀ। ਲੜਤ ਬੀਤਿਓ ਦਿਨ ਹਟ ਪੁਨ ਗਮਨੇ, ਜਬ ਸੂਰਜ ਅਸਤਾਏ। ਲੜਦਿਆਂ ਲੜਦਿਆਂ ਸਾਰਾ ਦਿਨ ਬੀਤ ਗਿਆ। ਜਦ ਸੂਰਜ ਡੁੱਬ ਗਿਆ, ਆਨੰਦਪੁਰ ਨੂੰ ਛੱਡ ਕੇ ਆਪਣੇ ਆਪਣੇ ਡੇਰਿਆਂ ਵਿੱਚ ਚਲੇ ਗਏ ਜੀ। ਜਾਏ ਸਿਵਰ ਮੈਂ ਕਈ ਸੰਭਾਰਨ,
ਸੂਨ ਪਇਓ ਜਨ ਜਾਨਾ। ਡੇਰਿਆਂ ਵਿੱਚ ਜਾ ਕੇ ਸੰਭਾਲ ਕੀਤੀ ਹੈ। ਇਸ ਤਰ੍ਹਾਂ ਜਾਣਿਆ ਮਾਨੋ ਡੇਰਾ ਸੁੰਨਿਆ ਹੋ ਗਿਆ ਹੈ ਜੀ। ਕਿਤਕ ਸੰਬੰਧੀ ਦਾਸ ਮੁਸਾਹਿਬ ਜਮ ਕਰ ਕੀਨ ਪਿਆਨਾ। ਕਈ ਰਿਸ਼ਤੇਦਾਰ ਤੇ ਕਈ ਸੇਵਕ ਮਸਾਹਿਬ ਉਹ ਜਮ ਦੇ ਘਰ ਵੱਲ ਚਲੇ ਗਏ ਸਨ, ਭਾਵ ਮਰ ਗਏ ਸਨ ਜੀ। ਸਾਗਰ ਸੋਕ ਪਰੇ ਤਬ ਸਗਰੇ ਬਾਇਸ ਧਾਰਨ ਕੇਰੇ। ਕਹਿੰਦੇ ਕਿ 22 ਧਾਰਾਂ ਦੇ ਫਿਰ ਸਾਰੇ ਰਾਜੇ ਸ਼ੋਕ ਦੇ ਸਮੁੰਦਰ ਵਿੱਚ ਡੁੱਬ ਗਏ, ਕਿਉਂਕਿ ਫੌਜ ਹੀ ਬੜੀ ਮਾਰੀ ਗਈ। ਕੁਝ ਸਿੰਘਾਂ ਨੇ ਤੇ ਕੁਝ ਹਾਥੀ ਨੇ ਫੌਜ ਨੂੰ ਮਾਰਨਾ ਕੀਤਾ ਹੈ। ਸ਼ੋਕ ਦੇ ਸਮੁੰਦਰ ਵਿੱਚ ਜਾ ਪਏ ਜੀ। ਸਿਮਰ ਸਿਮਰ ਕਨ ਬਹੁ ਪਸੁਤਾਏ ਲੋਚਨ ਅਸਨ ਗੇਰੇ। ਕੇਸਰੀ ਚੰਦ ਦੇ ਗੁਣ ਯਾਦ ਕਰ ਕਰਕੇ ਬੜੇ ਪਛਤਾਏ ਹਨ, ਕਿਉਂਕਿ ਕੇਸਰੀ ਚੰਦ ਵੀ ਮਾਰਿਆ ਗਿਆ ਹੈ। ਬੜੇ ਪਛਤਾਉਂਦੇ ਨੇ ਇਹ ਰਾਜੇ ਤੇ ਅੱਖਾਂ ਵਿੱਚੋਂ ਹੰਝੂ ਵੀ ਕੇਰਦੇ ਸਨ। ਅੱਖਾਂ ਵਿੱਚੋਂ ਪਾਣੀ ਵਗਦਾ ਤੇ ਇਹਨਾਂ ਦਾ ਜਿਹੜਾ ਅਹੰਕਾਰ ਸੀ, ਉਹ ਅਹੰਕਾਰ ਜਿਹੜਾ ਸੀ ਉਹ ਇਹਨਾਂ ਨੂੰ ਲੈ ਬੈਠਾ। ਆਮ ਕਹਾਵਤ ਹੈ, ਅਹੰਕਾਰਿਆ ਸੋ ਮਾਰਿਆ। ਤੇ ਜਿਹੜਾ ਅਹੰਕਾਰ ਵਾਲਾ ਹੈ ਨਾ, ਹਰ ਜੋ ਅਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਧਾਰਮਿਕ ਗ੍ਰੰਥ ਵੀ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਰੱਬ ਨੂੰ ਅਹੰਕਾਰ ਵਾਲਾ ਬੰਦਾ ਚੰਗਾ ਨਹੀਂ ਲੱਗਦਾ, ਚੰਗਾ ਨਹੀਂ ਲੱਗਦਾ। ਭਗਤ ਰਵਿਦਾਸ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ, ਲੋਕ ਚਮਾਰ ਚਮਾਰ ਕਹਿੰਦੇ ਸਨ, ਨੀਵੀਂ ਜਾਤ ਗਿਣਦੇ ਸਨ। ਕਿ ਉਹਨਾਂ ਸਮਿਆਂ ਵਿੱਚ ਪਤਾ ਕੀ ਹੁੰਦਾ ਸੀ, ਜਿਹੜਾ ਨੀਵੀਂ ਜਾਤ ਵਾਲਾ ਹੈ ਉਹਦਾ ਪਰਛਾਵਾਂ ਵੀ ਆਪਣੇ ਉੱਤੇ ਉੱਚੀ ਜਾਤ ਵਾਲੇ ਪੈਣ ਨਹੀਂ ਸਨ ਦਿੰਦੇ। ਜਦੋਂ ਉਹਨੇ ਇੱਕ ਥਾਂ ਤੇ ਦੂਜੀ ਥਾਂ ਤੇ ਜਾਣਾ ਤੇ ਉਹਦੇ ਗਲ ਵਿੱਚ ਟੱਲੀ ਬੱਧੀ ਹੁੰਦੀ ਸੀ। ਉਹਦੇ ਗਲ ਵਿੱਚ ਇੱਕ ਟੱਲੀ ਹੁੰਦੀ ਸੀ ਕਿ ਪਤਾ ਲੱਗ ਜਾਏ ਵੀ ਇੱਧਰ ਸ਼ੂਦਰ ਜਾ ਰਿਹਾ, ਨੀਵੀਂ ਜਾਤ ਵਾਲਾ ਜਾ ਰਿਹਾ। ਪਿੱਛੇ ਉਹਦੇ ਬਾਂਹ ਦੇ ਨਾਲ ਜਾਂ ਕਿਸੇ ਕੱਪੜੇ ਦੇ ਨਾਲ ਇੱਕ ਰੁੱਖ ਦੀ ਟਹਿਣੀ ਬੰਨੀ ਹੁੰਦੀ ਸੀ ਕਿ ਜਿੱਧਰੋਂ ਦੀ ਇਹਨੇ ਲੰਘਣਾ ਵਾ ਇਹਦੀਆਂ ਪੈੜਾਂ ਵੀ ਖਤਮ ਹੁੰਦੀਆਂ ਜਾਣ, ਕਿਉਂਕਿ ਕੱਚੇ ਰਸਤੇ ਹੁੰਦੇ ਸਨ। ਇਹ ਆਪਣੇ ਜਿਹੜੇ ਖੂਹ ਹੁੰਦੇ ਸਨ ਉਹਨਾਂ ਤੋਂ ਪਾਣੀ ਨਹੀਂ ਸੀ ਭਰਨ ਦਿੰਦੇ ਨੀਵੀਂ ਜਾਤ ਵਾਲੇ। ਆ ਪੁਸ਼ਕਰ ਰਾਜ ਇੱਕ ਤੀਰਥ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਰਨ ਪਾਏ ਤੇ ਇੱਥੇ ਗੁਰੂ ਸਾਹਿਬ ਜੀ ਦੇ ਸਿੱਖ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀ। ਉੱਥੇ ਗੁਰਦੁਆਰਾ ਬਣਿਆ ਗੁਰੂ ਸਾਹਿਬ ਜੀ ਦੇ ਆਉਣ ਦੀ ਯਾਦ ਵਿੱਚ, ਪਰ ਜਿਹੜਾ ਉੱਥੇ ਸਰੋਵਰ ਹੈ ਉਸ ਸਮੇਂ ਦਾ, ਉਹਦੇ ਤੇ 52 ਘਾਟ ਬਣੇ ਹੋਏ ਨੇ, ਨਿਸ਼ਾਨੀਆਂ ਲਾਈਆਂ ਹੋਈਆਂ ਹੈ। ਇੱਥੋਂ ਤੱਕ ਕਿ ਮੇਰਾ ਘਾਟ ਹੈ, ਖੜੀ ਇੱਟ ਕਰਕੇ ਪੌੜੀਆਂ ਦੇ ਵਿੱਚ। ਜਿਹੜਾ ਬ੍ਰਾਹਮਣ ਹੈ ਆਪਣੇ ਘਾਟ ਤੇ ਉਹੀ ਜਾਏਗਾ, ਨੀਵੀਂ ਜਾਤ ਵਾਲਾ ਉਹਦੇ ਘਾਟ ਤੇ ਨਹੀਂ ਜਾ ਸਕਦਾ। ਕਹਿੰਦੇ ਸੀ ਕਿ ਅਪਵਿੱਤਰਤਾ ਹੋ ਜਾਂਦੀ ਹੈ ਜੇ ਮਾੜੀ ਜਾਤ ਵਾਲਾ, ਨੀਵੀਂ ਜਾਤ ਵਾਲਾ ਇੱਥੇ ਆ ਜਾਵੇ, ਜਿੱਥੇ ਅਸੀਂ ਬੈਠਣਾ ਹੈ, ਜਿੱਥੇ ਅਸੀਂ ਵਿਚਰਨਾ ਹੈ। ਉਹਨਾਂ ਸਮਿਆਂ ਦੀ ਗੱਲ ਹੈ ਕਿ ਭਗਤ ਰਵਿਦਾਸ ਜੀ ਉਹ ਵੀ ਚਮਾਰ ਜਾਤੀ ਵਿੱਚ ਪੈਦਾ ਹੋਏ ਤੇ ਜੁੱਤੀਆਂ ਗੰਢਦੇ ਸਨ। ਜੇ ਕੋਈ ਪੈਸਾ ਦੇ ਜਾਂਦਾ ਸੀ ਉਹਦੀ ਵੀ ਜੁੱਤੀ ਗੰਢ ਦਿੰਦੇ ਸਨ, ਜੇ ਕੋਈ ਨਹੀਂ ਦਿੰਦਾ ਉਹਦੀ ਵੀ ਜੁੱਤੀ ਗੰਢ ਦਿੰਦੇ ਨੇ। ਲੋਕ ਚਮਾਰ ਚਮਾਰ ਕਹਿੰਦੇ ਨੇ। ਤੇ ਭਗਤ ਰਵਿਦਾਸ ਜੀ ਕਹਿੰਦੇ ਚਮਰਟਾ ਗਾਂਠ ਨਾ ਜਨਈ ਲੋਕ ਗਠਾਵੇਂ ਪਨਹੀ। ਕਹਿੰਦੇ ਮੈਂ ਕੱਲਾ ਚਮਾਰ ਨਹੀਂ, ਤੁਸੀਂ ਵੀ ਚਮਾਰ ਹੋ।
ਕਹਿੰਦੇ ਅਸੀਂ ਕਿੱਦਾਂ ਚਮਾਰ ਹੈ? ਕਹਿੰਦੇ ਮੈਂ ਕਿੱਦਾਂ ਚਮਾਰ ਹੈ? ਕਹਿੰਦੇ ਤੁਸੀਂ ਜੁੱਤੀਆਂ ਨੂੰ ਗਾਂਢੇ ਲਾ ਰਹੇ ਹੋ, ਚਮੜੇ ਦੀਆਂ ਜੁੱਤੀਆਂ ਗੰਢ ਰਹੇ ਹੋ। ਤੁਹਾਡੇ ਵੱਡੇ ਵਡੇਰੇ ਪਸ਼ੂਆਂ ਨੂੰ ਢੋਣ ਦਾ ਕੰਮ ਕਰਦੇ ਨੇ, ਚਮੜਾ ਲਾਉਣ ਦਾ ਕੰਮ ਕਰਦੇ ਨੇ। ਭਗਤ ਜੀ ਕਹਿੰਦੇ ਮੈਂ ਚਮੜੇ ਦੀਆਂ ਜੁੱਤੀਆਂ ਗੰਢਦਾ ਤੇ ਮੈਂ ਚਮਾਰ ਹੋ ਗਿਆ, ਤੇ ਤੁਸੀਂ ਵੀ ਤੇ ਇਹੀ ਕੰਮ ਕਰਦੇ ਹੋ। ਆ ਜਿਹੜੀ ਤੁਹਾਡੇ ਸਰੀਰ ਰੂਪੀ ਜੁੱਤੀ ਹੈ, ਤੁਸੀਂ ਇਹਨੂੰ ਵੰਨ ਸਵੰਨੀ ਖੁਰਾਕ ਦੇ ਗਾਂਢੇ ਨਹੀਂ ਲਾਉਂਦੇ। ਤੁਹਾਡੇ ਤੇ ਮੇਰੇ ਵਿੱਚ ਕੀ ਫਰਕ ਹੈ? ਉਸ ਵੇਲੇ ਉਹਨਾਂ ਆਖਿਆ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰਨ, ਹਿਰਦੇ ਰਾਮ ਗੋਬਿੰਦ ਗੁਣ ਸਾਰਨ। ਕਹਿੰਦੇ ਨਗਰ ਦੇ ਨਿਵਾਸੀਓ, ਮੇਰੀ ਜਾਤ ਚਮਾਰ ਹੈ, ਇਹ ਮੰਨੀ ਪਰਮੰਨੀ ਗੱਲ ਹੈ, ਕੋਈ ਲੁਕੀ ਨਹੀਂ। ਪਰ ਮੇਰੇ ਹਿਰਦੇ ਵਿੱਚ ਪਰਮਾਤਮਾ ਦੇ ਗੁਣ ਪੈਦਾ ਹੋ ਗਏ ਨੇ, ਮੈਂ ਉਹਨਾਂ ਨੂੰ ਆਪਣੇ ਅੰਦਰ ਸੰਭਾਲ ਲਿਆ। ਹੁਣ ਮੈਂ ਨੀਵੀਂ ਜਾਤ ਵਾਲਾ ਅਪਵਿੱਤਰ ਨਹੀਂ ਰਹਿ ਗਿਆ, ਮੈਂ ਵੀ ਰੱਬ ਦਾ ਨਾਮ ਜਪ ਕੇ ਪਵਿੱਤਰ ਹੋ ਗਿਆ। ਕਹਿੰਦੇ ਅਹੰਕਾਰ ਨਾ ਕਰਿਆ ਕਰੋ। ਰਾਜਿਆਂ ਨੂੰ ਕਹਿ ਦਿੱਤਾ, ਉਸ ਸਮੇਂ ਦੇ ਨਵਾਬਾਂ ਨੂੰ ਕਹਿ ਦਿੱਤਾ ਕਿ ਅਹੰਕਾਰ ਕਰਨਾ ਚੰਗੀ ਗੱਲ ਨਹੀਂ ਹੈ। ਭਗਤ ਜੀ ਕਹਿੰਦੇ ਸੁਰਸਰੀ ਸਲਲ ਕਿਰਤ ਬਾਰਨੀ ਰੇ। ਕਹਿੰਦੇ ਸੰਤ ਜਨ ਕਰਤ ਨਹੀਂ ਪਾਨਨ। ਕਹਿੰਦੇ ਜਿਹੜੀ ਸ਼ਰਾਬ ਹੁੰਦੀ ਹੈ ਨਾ, ਭਾਵੇਂ ਗੰਗਾ ਦੇ ਜਲ ਤੋਂ ਹੀ ਤਿਆਰ ਕਰ ਲਓ, ਫਿਰ ਵੀ ਉਹ ਮਾੜੀ ਹੁੰਦੀ ਹੈ। ਉਹਨੂੰ ਸੰਤ ਜਨ ਰੱਬ ਦੇ ਪਿਆਰੇ ਗ੍ਰਹਿਣ ਨਹੀਂ ਕਰਦੇ। ਇਸੇ ਤਰ੍ਹਾਂ ਭਾਵੇਂ ਉੱਚੀ ਕੁੱਲ ਦਾ ਮਨੁੱਖ ਹੋਵੇ, ਜੇ ਉਹ ਅਹੰਕਾਰ ਕਰਦਾ ਹੈ ਤੇ ਰੱਬ ਉਹਨੂੰ ਪ੍ਰਵਾਨ ਨਹੀਂ ਕਰਦਾ। ਸੁਰਾ ਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨਾ ਹੋਏ ਆਨੰਦ। ਦੂਜੀ ਗੱਲ ਉਹਨਾਂ ਕਹੀ ਕਿ ਭਾਵੇਂ ਸ਼ਰਾਬ ਹੋਵੇ ਤੇ ਭਾਵੇਂ ਹੋਰ ਕੋਈ ਵਹਿਣਾ ਦਾ ਗੰਦਾ ਜਲ ਹੋਵੇ, ਜਦੋਂ ਉਹ ਗੰਗਾ ਵਿੱਚ ਮਿਲ ਜਾਂਦਾ ਹੈ ਤੇ ਉਹ ਫਿਰ ਵੱਖ ਨਹੀਂ ਰਹਿ ਜਾਂਦਾ, ਉਹ ਗੰਗਾ ਦਾ ਹੀ ਰੂਪ ਹੋ ਜਾਂਦਾ ਹੈ। ਨੀਵੀਂ ਜਾਤ ਵਿੱਚ ਪੈਦਾ ਹੋਇਆ ਮਨੁੱਖ ਜਦੋਂ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰਮਾਤਮਾ ਦੇ ਗੁਣ ਗਾਉਂਦਾ ਹੈ, ਤੇ ਉਹ ਫਿਰ ਨੀਵਾਂ ਨਹੀਂ ਰਹਿ ਜਾਂਦਾ। ਉਹ ਤੇ ਰੱਬ ਇੱਕ ਮਿਕ ਹੋ ਜਾਂਦੇ ਹਨ। ਫਿਰ ਕਿਸੇ ਨਾਲ ਵਿਤਕਰਾ ਕਰਨਾ ਨਹੀਂ ਚਾਹੀਦਾ, ਸਾਰਿਆਂ ਨੂੰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਫਿਰ ਕਹਿੰਦੇ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰਨ। ਇੱਕ ਤਾੜੀ ਦਾ ਦਰਖਤ ਹੈ, ਉਹਦੇ ਰਸ ਤੋਂ ਸ਼ਰਾਬ ਤਿਆਰ ਹੁੰਦੀ ਹੈ ਤੇ ਉਹਨੂੰ ਅਪਵਿੱਤਰ ਮੰਨਿਆ ਜਾਂਦਾ ਹੈ। ਉਹਦੇ ਤੋਂ ਬਣੇ ਹੋਏ ਕਾਗਜ਼ ਨੂੰ ਵੀ ਅਪਵਿੱਤਰ ਮੰਨਿਆ ਜਾਂਦਾ ਹੈ। ਪਰ ਕਹਿੰਦੇ ਭਗਤ ਭਗਉਤ ਲਿਖੀਏ ਤੇ ਉੱਪਰ ਪੂਜੀਏ ਕਰ ਨਮਸਕਾਰਨ। ਜਦੋਂ ਉਹਦੇ ਉੱਤੇ ਵੀ ਰੱਬ ਦਾ ਨਾਮ ਲਿਖਿਆ ਜਾਂਦਾ ਹੈ ਨਾ, ਫਿਰ ਉਹਦੀ ਵੀ ਪੂਜਾ ਹੋ ਜਾਂਦੀ ਹੈ, ਉਹਨੂੰ ਵੀ ਨਮਸਕਾਰਾਂ ਹੁੰਦੀਆਂ ਨੇ। ਠੀਕ ਹੈ, ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਨਿਤੇ ਬਨਾਰਸੀ ਆਸ ਪਾਸਾ। ਮੇਰੀ ਜਾਤ ਦੇ ਲੋਕ ਸ਼ੁਰੂ ਤੋਂ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਹਨ, ਚਮੜਾ ਲਾਉਂਦੇ ਹਨ। ਪਰ ਉਸੇ ਜਾਤ ਵਿੱਚ ਮੈਂ ਪੈਦਾ ਹੋ ਕੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਗਿਆ। ਤੇ ਹੁਣ ਕੀ ਹੈ, ਅਬ ਵਿਪਰ ਪ੍ਰਧਾਨ ਤੇ ਕਰੇ ਡੰਡਾਉਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਕਹਿੰਦੇ ਰੱਬ ਜੀ, ਮੈਂ ਤੇਰੇ ਨਾਮ ਦੀ ਸ਼ਰਨ ਵਿੱਚ ਆ ਗਿਆ, ਮੈਂ ਤੇਰਾ ਨਾਮ ਜਪਿਆ, ਤੇ ਉੱਚੀ ਜਾਤ ਵਾਲੇ ਬ੍ਰਾਹਮਣ ਜਿਹੜੇ ਨੇ ਉਹ ਮੈਨੂੰ ਹੁਣ ਨਮਸਕਾਰਾਂ ਕਰਦੇ ਹਨ। ਕਹਿਣ ਤੋਂ ਭਾਵ ਹੈ ਕਿ ਨੀਵਾਂ ਉਹ ਹੈ ਜਿਹਦੀ ਸੋਚ ਨੀਵੀਂ ਹੈ। ਸੋਚ ਉੱਚੀ ਰੱਖੋ, ਕਿਸੇ ਨੂੰ ਬੁਰਾ ਨਾ ਕਹੋ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਤੇ ਜਦੋਂ ਪ੍ਰੀਤ ਦੀ ਗੱਲ ਆਈ, ਭਗਤ ਜੀ ਕਹਿਣ ਲੱਗੇ ਰੱਬ ਜੀ, ਜੋ ਤੁਮ ਗਿਰਵਰ ਤਉ ਹਮ ਮੋਰਾ, ਜੋ ਤੁਮ ਚੰਦ ਤਉ ਹਮ ਭੈ ਹੈ ਚਕੋਰਾ।
ਕਹਿੰਦੇ ਜੇ ਤੂੰ ਪਹਾੜ ਬਣੇ ਤੇ ਮੈਂ ਮੋਰ ਬਣ ਕੇ ਪਹਿਲਾਂ ਪਾਵਾਂ, ਜੇ ਤੂੰ ਚੰਦ ਬਣੇ ਮੈਂ ਚਕੋਰ ਬਣ ਕੇ ਤੈਨੂੰ ਤੱਕਦੀ ਰਵਾਂ। ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈ, ਤੁਮ ਸਿਉ ਤੋਰ ਕਵਣ ਸਿਉ ਜੋਰੇ। ਕਹਿੰਦੇ ਜੇ ਤੂੰ ਮੇਰੇ ਨਾਲੋਂ ਪ੍ਰੀਤ ਨਾ ਤੋੜੇ ਤੇ ਮੈਂ ਵੀ ਤੇਰੇ ਨਾਲੋਂ ਨਹੀਂ ਤੋੜਾਂਗਾ, ਕਿਉਂਕਿ ਤੇਰੇ ਨਾਲੋਂ ਤੋੜ ਕੇ ਮੈਂ ਹੋਰ ਕਿਹਦੇ ਨਾਲ ਜੋੜ ਸਕਦਾ? ਤੇਰੇ ਵਰਗਾ ਕੋਈ ਹੋਰ ਹੈਗਾ ਜੀ? ਜੋ ਤੁਮ ਦੀਵਰਾ ਤਉ ਹਮ ਬਾਤੀ, ਜੋ ਤੁਮ ਤੀਰਥ ਤਉ ਹਮ ਜਾਤੀ। ਰੱਬ ਜੀ ਜੇ ਤੂੰ ਦੀਵਾ ਬਣੇ ਤੇ ਮੈਂ ਉਹਦੇ ਵਿੱਚ ਬੱਤੀ ਬਣ ਜਾਵਾਂ, ਜੇ ਤੂੰ ਤੀਰਥ ਬਣੇ ਤੇ ਮੈਂ ਯਾਤਰੂ ਬਣ ਕੇ ਤੇਰੇ ਦੀਦਾਰ ਕਰਨ ਆਵਾਂ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਮੈਂ ਤੇਰੇ ਨਾਲ ਸੱਚੀ ਪ੍ਰੀਤ ਜੋੜ ਲਈ ਹੈ, ਤੇਰੇ ਨਾਲ ਜੋੜ ਕੇ ਹੋਰ ਬੰਨਿਓ ਤੋੜ ਲਈ ਹੈ। ਜਿੱਦਾਂ ਭਗਤ ਨਾਮਦੇਵ ਜੀ ਨੇ ਪੜੋਸਣ ਨੂੰ ਕਿਹਾ ਸੀ ਕਿ ਉਸ ਰੱਬ ਦੇ ਨਾਲ ਪ੍ਰੀਤ ਪਾ ਲੈ, ਬੇਟੀ ਪ੍ਰੀਤ ਮਜੂਰੀ ਮੰਗੇ, ਜੋ ਕੋ ਸ਼ਾਨ ਸੁਭਾਵੇ ਹੋ। ਲੋਕ ਕਟੰਬ ਸਭੋਂ ਤੇ ਤੋਰੇ ਤੋ ਆਪਨ ਬੇਟੀ ਆਵੇ। ਜਦੋਂ ਉਹਦੇ ਨਾਲ ਪ੍ਰੀਤ ਪਾ ਲਈਏ, ਪ੍ਰੀਤ ਨਾਲ ਪ੍ਰੇਮ ਨਾਲ ਉਹਨੂੰ ਯਾਦ ਕਰੀਏ ਤੇ ਆਪੇ ਹਾਜ਼ਰ ਹੋ ਜਾਂਦਾ ਹੈ। ਕਹਿੰਦੇ ਕਿ ਰੱਬ ਜੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਜੈ ਜੈ ਜਾਉ ਤਹਾਂ ਤੇਰੀ ਸੇਵਾ। ਮੈਂ ਜਿੱਥੇ ਵੀ ਜਾਂਦਾ ਉੱਥੇ ਮੈਂ ਤੇਰੀ ਸੇਵਾ ਭਗਤੀ ਕਰਦਾ ਸਾਂ। ਤੁਮ ਸੋ ਠਾਕਰ ਔਰ ਨਾ ਦੇਵਾ, ਤੇਰੇ ਵਰਗਾ ਹੋਰ ਕੋਈ ਮਾਲਕ ਦਿਸਦਾ ਹੀ ਨਹੀਂ ਹੈ। ਇਸ ਵਾਸਤੇ ਮੇਰਾ ਭਰੋਸਾ ਤੇਰੇ ਉੱਤੇ ਹੈ, ਮੇਰੀ ਆਸ ਤੇਰੇ ਉੱਤੇ ਹੈ। ਤੁਮਰੇ ਭਜਨ ਕਟੇ ਜਮ ਫਾਸਾ, ਭਗਤ ਹੇਤ ਗਾਵੇ ਰਵਿਦਾਸਾ। ਇਸ ਤਰ੍ਹਾਂ ਰਵਿਦਾਸ ਭਗਤ ਉਸ ਰੱਬ ਦੇ ਨਾਲ ਗੱਲਾਂ ਕਰਦੇ ਨੇ। ਕਹਿੰਦੇ ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਮਨ ਅਬੋਲ। ਕਹਿੰਦੇ ਮੈਂ ਤੇ ਤੇਰੇ ਤੋਂ ਬਲਿਹਾਰ ਜਾਂਦਾ ਪਰ ਕਿਹੜੇ ਕਾਰਨ ਕਰਕੇ ਤੂੰ ਮੇਰੇ ਤੋਂ ਮੂੰਹ ਵੱਟ ਲਿਆ, ਮੇਰੇ ਨਾਲ ਬੋਲਦਾ ਨਹੀਂ ਹੈ। ਮੇਰੇ ਨਾਲ ਰੱਬ ਜੀ ਮੂੰਹ ਨਾ ਵੱਟ, ਮੇਰੇ ਨਾਲ ਗੱਲ ਕਰ, ਮੇਰੀ ਗੱਲ ਸੁਣ। ਤੇ ਇਸ ਤਰ੍ਹਾਂ ਭਗਤ ਰਵਿਦਾਸ ਜੀ ਕਹਿੰਦੇ ਬਹੁਤ ਜਨਮ ਪਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਐਸੇ ਮਹਾਨ ਨਿਮਰਤਾ ਦੇ ਪੁੰਜ ਔਰ ਭਗਤੀ ਦੇ ਨਾਲ ਜੁੜ ਕੇ ਲੋਕਾਈ ਨੂੰ ਮਾਰਗ ਦਰਸ਼ਨ ਕਰਨ ਵਾਲੇ ਔਰ ਇਹ ਦੱਸਣ ਵਾਲੇ ਕਿ ਨੀਵੀਂ ਜਾਤ ਵਿੱਚ ਪੈਦਾ ਹੋਇਆ ਵੀ ਰੱਬ ਦੇ ਨਾਲ ਜੁੜ ਸਕਦਾ ਹੈ ਤੇ ਵੱਡੇ ਵੱਡੇ ਉਹਨੂੰ ਸਲਾਮਾਂ ਕਰ ਸਕਦੇ ਨੇ। ਭਾਵ ਜੇ ਸੁੱਖ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਸੰਸਾਰ ਵਿੱਚ ਮਾਣ ਸਤਿਕਾਰ ਹੋਵੇ, ਤੇ ਫਿਰ ਤੁਸੀਂ ਰੱਬ ਦੇ ਗੁਣ ਗਾਓ, ਪਰਮਾਤਮਾ ਦੀ ਭਗਤੀ ਕਰੋ। ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।